ਜਦੋਂ ਡੇਰੇ ਦੇ ਪਤਾ ਲੱਗ ਗਿਆ ਵੀ ਇਹਨਾਂ ਨੇ ਕੀਤੀ ਆ, ਇਹਨਾਂ ਨੇ ਕਰਾਈ ਆ, ਤਾਂ ਉਹਨਾਂ ਨੂੰ ਸਖਤ ਸਜ਼ਾਵਾਂ ਕਿਉਂ ਨਹੀਂ? ਕਿਉਂਕਿ ਬੇਅਦਬੀ ਹੀ ਤੁਰਾ ਸੀ ਗੋਲੀकांड ਦਾ। 6 ਦਿਨ ਹੋ ਗਏ ਮੋਰਚਾ ਸ਼ੁਰੂ ਹੋਏ ਨੂੰ। ਸਭ ਤੋਂ ਪਹਿਲਾਂ ਤਾਂ ਇਹੀ ਦੱਸੋ ਕਿ 6 ਦਿਨਾਂ ਦੇ ਵਿੱਚ ਪ੍ਰਸ਼ਾਸਨ ਦੇ ਥਰੂ ਜਾਂ ਫਿਰ ਸਰਕਾਰ ਨੇ ਕਿਸੇ ਵੀ ਜ਼ਰੀਏ ਨਾਲ ਤੁਹਾਡੇ ਤੱਕ ਕੋਈ ਅਪਰੋਚ ਕੀਤੀ? ਦੇਖੋ ਬਾਈ, ਕੋਰਟ ਦੇ ਵਿੱਚ ਪਤਾ ਕੀ ਹੈ, ਜੇ ਬਹਿਬਲ ਗੋਲੀकांड ਦੀ ਗੱਲ ਕਰੀਏ, ਇੱਕ ਕੋਟਕਪੂਰੇ ਦੀ ਗੱਲ ਕਰੀਏ ਤਾਂ ਖਾਰਜ ਕਰ ਦਿੱਤੀ। ਬੇਅਦਬੀ ਨੂੰ ਲੈ ਕੇ ਮੋਰਚਾ ਖੜਾ ਕਰਦੇ ਤਾਂ ਕਿਤੇ ਨਾ ਕਿਤੇ ਉਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਗੱਲ ਇਹ ਵੱਜਣੀ ਸੀ ਕਿ ਇਹ ਸਰਕਾਰ ਨੇ ਖੜਾ ਕਰਾਤਾ ਕਿਸਾਨੀ ਨੂੰ ਦਬਾਉਣ ਦੇ ਲਈ। ਸਰਕਾਰਾਂ ਨੂੰ ਚੁਕਾਉਣ ਆਈਆਂ, ਝੂਠੇ ਵਾਅਦੇ ਕੀਤੇ, ਸਾਡੇ ਲੀਡਰ ਬਹਿਕਾਵੇ 'ਚ ਆਏ ਤਾਂ ਉੱਠੇ। ਸਰਕਾਰ ਆਪਣਾ ਭੂਮਿਕਾ ਜਿਹੜੀ ਉਹ ਚੰਗੇ ਤਰੀਕੇ ਨਾਲ ਨਹੀਂ ਨਿਭਾ ਰਹੀ ਤੇ ਦੋਸ਼ੀਆਂ ਵੱਲੋਂ ਉਹਨੂੰ ਵੀ ਖਾਰਜ ਕਰਾਉਣ ਵਾਸਤੇ ਪਟੀਸ਼ਨਾਂ ਪਾਈਆਂ ਹੋਈਆਂ। ਸਤਿ ਸ਼੍ਰੀ ਅਕਾਲ, ਤੁਸੀਂ ਦਾ ਅਨਮਿਊਟ ਦੇਖ ਰਹੇ ਹੋ ਤੇ ਮੈਂ ਆ ਰਵੀ ਸੰਗਰਾਹੁਰ। ਸਾਹਮਣੇ ਬੋਰਡ ਦੇਖ ਰਹੇ ਹੋ, ਇਹ ਪਿੰਡ ਬਹਿਬਲ ਕਲਾਂ ਦਾ ਉਹ ਗੇਟ ਹੈ ਜਿਸ ਦਾ ਬਹੁਤ ਵੱਡਾ ਇਤਿਹਾਸ ਬਣ ਚੁੱਕਿਆ ਹੈ। ਇਸ ਗੇਟ ਦੇ ਕੋਲ ਬਹੁਤ ਵੱਡਾ ਧਰਨਾ 2015 ਦੇ ਵਿੱਚ ਲੱਗਾ ਸੀ, ਜਦੋਂ ਬੇਅਦਬੀ ਹੁੰਦੀ ਹੈ ਔਰ ਇਨਸਾਫ ਦੇ ਲਈ ਸੰਗਤਾਂ ਇਕੱਠੀਆਂ ਹੁੰਦੀਆਂ ਔਰ ਪ੍ਰਦਰਸ਼ਨ ਕਰਦੀਆਂ, ਕਿਉਂਕਿ ਉਹ ਹਿਰਦੇ ਵਲੂੰਦਰ ਦੇਣ ਵਾਲੀ ਇੱਕ ਘਟਨਾ ਸੀ। ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ, ਇਹ ਪਿੰਡ ਬਹਿਬਲ ਕਲਾਂ ਨੂੰ ਜਾਂਦੀ ਹੈ ਔਰ ਇਸੇ ਪਾਸੇ ਹੀ ਸੰਗਤਾਂ ਦਾ ਬਹੁਤ ਵੱਡਾ ਇਕੱਠ ਸੀ, ਬਹੁਤ ਵੱਡਾ ਜਮਾਵੜਾ ਸੀ। ਇੱਥੇ ਹੀ ਸੰਗਤਾਂ ਨੇ ਧਰਨਾ ਲਾਇਆ ਸੀ ਔਰ ਇੱਥੇ ਹੀ ਗੋਲੀकांड ਵਾਪਰਦਾ ਹੈ ਔਰ ਉਸ 'ਚ ਇੱਕ ਨੌਜਵਾਨ ਦੀ ਮੌਤ ਵੀ ਹੋ ਜਾਂਦੀ ਹੈ। ਇਸ ਗੇਟ ਨੂੰ ਤੁਸੀਂ ਬਹੁਤ ਵਾਰ ਦੇਖਿਆ ਹੋਵੇਗਾ, ਇਹਦੀ ਕਹਾਣੀ ਤੋਂ ਵੀ ਜਾਣੂ ਹੋਵੋਗੇ, ਪਰ ਸਾਡੇ ਲਈ ਨਮੋਸ਼ੀ ਦੀ ਗੱਲ ਇਹ ਹੈ ਕਿ 6 ਸਾਲ ਬੀਤ ਜਾਣ ਤੋਂ ਬਾਅਦ ਵੀ ਉਸੇ ਹੀ ਘਟਨਾ ਦਾ ਇਨਸਾਫ ਲੈਣ ਦੇ ਲਈ ਲਗਾਤਾਰ ਸਰਕਾਰ ਦੇ ਸਾਹਮਣੇ ਗਿੜਗਿੜਾਉਣਾ ਪੈਂਦਾ ਹੈ, ਸਰਕਾਰ ਦੇ ਸਾਹਮਣੇ ਧਰਨੇ ਪ੍ਰਦਰਸ਼ਨ ਕਰਨੇ ਪੈਂਦੇ ਹੈ ਔਰ ਸਰਕਾਰ ਲਗਾਤਾਰ ਇਸ ਮਾਮਲੇ ਤੇ ਸਿਆਸਤ ਕਰਦੀ ਜਾਂਦੀ ਹੈ। ਲਗਾਤਾਰ ਇਸ ਮਾਮਲੇ ਨੂੰ ਮੁੱਦਾ ਬਣਾਇਆ ਜਾਂਦਾ ਹੈ, ਚੋਣਾਂ ਦੇ ਵਿੱਚ ਲਿਆਂਦਾ ਜਾਂਦਾ ਹੈ, ਵੋਟਾਂ ਜ਼ਰੂਰ ਵਟੋਰ ਲਈਆਂ ਜਾਂਦੀਆਂ ਨੇ ਪਰ ਇਨਸਾਫ ਨਹੀਂ ਮਿਲਦਾ। ਇੱਧਰ ਦੂਜੇ ਪਾਸੇ ਦੀ ਤਸਵੀਰ ਤੁਹਾਨੂੰ ਦਿਖਾਵਾਂਗੇ, ਇਹ ਮੇਨ ਹਾਈਵੇ ਹੈ ਔਰ ਇਸ ਤੋਂ ਥੋੜੀ ਦੂਰ ਤੇ ਜਾ ਕੇ ਜਾਣੀ ਸੱਜੇ ਹੱਥ ਨੂੰ ਥੋੜੀ ਦੂਰ ਤੇ 3 ਕਿਲੋਮੀਟਰ ਦੀ ਦੂਰੀ ਤੇ ਬਰਗਾੜੀ ਹੈ ਔਰ ਬਰਗਾੜੀ ਇਨਸਾਫ ਮੋਰਚਾ ਵੀ ਲੱਗਾ ਸੀ, ਜਿਸ ਦੀ ਅਗਵਾਈ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਔਰ ਭਾਈ ਬਲਜੀਤ ਸਿੰਘ ਦਾਦੂਵਾਲ ਹੋਰਾਂ ਦੇ ਵੱਲੋਂ ਕੀਤੀ ਗਈ ਸੀ। ਇੱਥੋਂ ਸਿਰਫ 3 ਕਿਲੋਮੀਟਰ ਦੀ ਦੂਰੀ ਤੇ ਉਹ ਇੱਕ ਬਹੁਤ ਵੱਡਾ ਮੋਰਚਾ ਲੱਗਾ ਰਿਹਾ। ਸਿੱਟ ਬਣੀ, ਉਸ ਸਿੱਟ ਦੇ ਵਿੱਚੋਂ ਰਿਪੋਰਟ ਤਿਆਰ ਹੋਈ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੀ ਅਗਵਾਈ ਦੇ ਵਿੱਚ, ਪਰ ਉਹ ਹਾਈ ਕੋਰਟ ਦੇ ਵੱਲੋਂ ਰੱਦ ਕਰ ਦਿੱਤੀ ਗਈ। ਇੱਕ ਵਾਰ ਫਿਰ ਤੋਂ ਸ਼ਹੀਦ ਕ੍ਰਿਸ਼ਨ ਭਗਵਾਨ ਔਰ ਸ਼ਹੀਦ ਗੁਰਜੀਤ ਸਿੰਘ ਦੇ ਪਰਿਵਾਰ ਦੇ ਵੱਲੋਂ ਆਪਣਿਆਂ ਨੂੰ ਇਨਸਾਫ ਦਿਵਾਉਣ ਦੇ ਲਈ ਔਰ ਸਰਕਾਰ ਦੇ ਸਾਹਮਣੇ ਐਨ ਸ਼ੀਸ਼ਾ ਰੱਖਣ ਦੇ ਲਈ ਇੱਕ ਵਾਰ ਫਿਰ ਤੋਂ ਮੋਰਚਾ ਸ਼ੁਰੂ ਕੀਤਾ ਗਿਆ ਔਰ ਇਹ ਮੋਰਚਾ ਬਿਲਕੁਲ ਉਸੇ ਗੇਟ ਤੇ ਜਾਣੀ ਬਹਿਬਲ ਕਲਾਂ ਇਨਸਾਫ ਮੋਰਚੇ ਦੇ ਨਾਮ ਨਾਲ ਇਹ ਮੋਰਚਾ ਚਲਾਇਆ ਗਿਆ। ਹੁਣ ਇਸ ਮੋਰਚੇ ਤੋਂ ਕੀ ਪ੍ਰਾਪਤੀ ਹੁੰਦੀ ਹੈ, ਇਹ ਭਾਵੇਂ ਭਵਿੱਖ ਦੇ ਗਰਭ ਦੇ ਵਿੱਚ ਹੈ, ਪਰ ਇਹ ਮੋਰਚਾ ਇਸ ਗੱਲ ਨੂੰ ਪ੍ਰਮਾਣ ਜ਼ਰੂਰ ਕਰਦਾ ਹੈ, ਇਹ ਉਦਾਹਰਣ ਜ਼ਰੂਰ ਪੇਸ਼ ਕਰਦਾ ਹੈ ਕਿ ਜਦੋਂ ਵੀ ਤੁਹਾਡੇ ਨਾਲ ਜ਼ਿਆਦਤੀ ਹੋਏਗੀ, ਤੁਹਾਨੂੰ ਇਨਸਾਫ ਲੈਣ ਦੇ ਲਈ ਇਸੇ ਤਰ੍ਹਾਂ ਦੇ ਮੋਰਚੇ ਲਾਉਣੇ ਪੈਣਗੇ, ਨਹੀਂ ਤਾਂ ਇਨਸਾਫ ਨਹੀਂ ਮਿਲੇਗਾ। ਪਿਛਲੇ ਦਿਨਾਂ ਦੇ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਇੱਕ ਬਹੁਤ ਵੱਡੀ ਦਰਦਨਾਕ ਘਟਨਾ ਹੁੰਦੀ ਹੈ, ਬੇਅਦਬੀ ਹੁੰਦੀ ਹੈ ਔਰ ਜਦੋਂ ਉਸ ਦੋਸ਼ੀ ਨੂੰ ਸੋਧਾ ਲਾ ਦਿੱਤਾ ਜਾਂਦਾ ਤਾਂ ਕਈ ਧਾਰਨਾਵਾਂ ਆਉਂਦੀਆਂ ਨੇ, ਕਈ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਕਿ ਇਸ ਤਰ੍ਹਾਂ ਦੇ ਨਾਲ ਸਜ਼ਾ ਨਹੀਂ ਦੇਣੀ ਚਾਹੀਦੀ ਸੀ, ਇਸ ਤਰ੍ਹਾਂ ਦੇ ਨਾਲ ਉਹਨੂੰ ਮੌਤ ਦੇ ਘਾਟ ਨਹੀਂ ਉਤਾਰਨਾ ਚਾਹੀਦਾ ਸੀ, ਉਸ ਤੋਂ ਪੁੱਛਗਿੱਛ ਕਰਨੀ ਚਾਹੀਦੀ ਸੀ, ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ। ਪਰ ਸਿੱਖ ਸੰਗਤਾਂ ਲਗਾਤਾਰ ਇਸ ਗੱਲ ਦਾ ਤਰਕ ਦਿੰਦੀਆਂ ਕਿ ਫਿਰ ਜਦੋਂ ਛੱਡ ਦਿੱਤੇ ਜਾਂਦੇ ਆ, ਜਦੋਂ ਕਾਨੂੰਨ ਦੇ ਹਵਾਲੇ ਕਰ ਦਿੱਤੇ ਜਾਂਦੇ ਆ ਤਾਂ ਫਿਰ ਇਸ ਤਰ੍ਹਾਂ ਦੇ ਮੋਰਚੇ ਲੱਗਦੇ ਆ ਇਨਸਾਫ ਲੈਣ ਦੇ ਲਈ, ਪਰ ਇਨਸਾਫ ਨਹੀਂ ਮਿਲਦਾ। ਸੁਖਰਾਜ ਸਿੰਘ ਨਿਆਮੀਵਾਲਾ ਜੋ ਭਾਈ ਕ੍ਰਿਸ਼ਨ ਭਗਵਾਨ ਦੇ ਸਪੁੱਤਰ ਹੈ ਔਰ
ਉਹਨਾਂ ਦੇ ਵੱਲੋਂ ਇਹ 24 ਘੰਟੇ ਦਾ ਧਰਨਾ ਸਟਾਰਟ ਕੀਤਾ ਗਿਆ। ਬਹੁਤ ਸਾਰੀਆਂ तमाम ਸੰਗਤਾਂ ਜਿਹੜੀਆਂ ਨੇ ਇਸ ਘਟਨਾ ਦੇ ਨਾਲ ਜੁੜੀਆਂ, ਇਸ ਘਟਨਾ ਤੋਂ ਜਾਣੂ ਨੇ। ਉਹ ਲਗਾਤਾਰ ਇਸ ਕੋਸ਼ਿਸ਼ ਦੇ ਵਿੱਚ ਹੈ ਕਿ ਠੀਕ ਹੈ ਕੋਈ ਅਗਵਾਈ ਕਰੇ ਪਰ ਇਨਸਾਫ ਮਿਲਣਾ ਚਾਹੀਦਾ। ਲਗਾਤਾਰ ਉਹਨਾਂ ਦੇ ਵੱਲੋਂ ਸਮਰਥਨ ਦਿੱਤਾ ਜਾਂਦਾ ਹੈ। ਬਹੁਤ ਸਾਰੀਆਂ ਸ਼ਖਸੀਅਤਾਂ ਪਹੁੰਚਦੀਆਂ ਨੇ, ਭਾਈ ਬਲਜੀਤ ਸਿੰਘ ਦਾਦੂਵਾਲ ਪਹੁੰਚਦੇ ਨੇ ਔਰ ਬੀਤੇ ਕੱਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਇਸੇ ਮੋਰਚੇ ਦੇ ਵਿੱਚ ਹੋ ਕੇ ਗਏ ਆ। ਹਾਲਾਂਕਿ ਸੁਖਰਾਜ ਹੋਰਾਂ ਨੇ ਬਹੁਤ ਸਾਰੇ ਉਹਨਾਂ ਨੂੰ ਸਵਾਲ ਕੀਤੇ ਆ, ਫਿਰ ਜਵਾਬ ਕੀ ਸੀ ਇਸ ਬਾਬਤ ਵੀ ਗੱਲ ਕਰਾਂਗੇ। ਔਰ ਨਾਲ ਹੀ ਕਿਉਂਕਿ ਅੱਜ 6ਵਾਂ ਦਿਨ ਹੈ ਇਸ ਮੋਰਚੇ ਦਾ, ਇਹਨਾਂ 6 ਦਿਨਾਂ ਦੇ ਵਿੱਚ ਕੀ ਸਰਕਾਰ ਨੇ ਇਹਨਾਂ ਤੱਕ ਪਹੁੰਚ ਕੀਤੀ ਹੈ ਜੋ ਇਸ ਮੋਰਚੇ ਦੀ ਅਗਵਾਈ ਕਰ ਰਹੇ ਨੇ? ਕੀ ਸਰਕਾਰ ਨੇ ਕੋਸ਼ਿਸ਼ ਕੀਤੀ ਕਿ ਗੱਲਬਾਤ ਕੀਤੀ ਜਾਵੇ ਜਾਂ ਗੱਲਬਾਤ ਕਰਕੇ ਕਿਵੇਂ ਨਿਬੇੜਾ ਹੋਊਗਾ? ਇਹਦੇ ਬਾਰੇ ਵੀ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਔਰ ਨਾਲ ਬਾਬਾ ਜੀ ਨੇ ਵੀ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਸੁਖਰਾਜ, 6 ਦਿਨ ਹੋ ਗਏ ਮੋਰਚਾ ਸ਼ੁਰੂ ਹੋਏ ਨੂੰ। ਸਭ ਤੋਂ ਪਹਿਲਾਂ ਤਾਂ ਇਹੀ ਦੱਸੋ ਕਿ 6 ਦਿਨਾਂ ਦੇ ਵਿੱਚ ਪ੍ਰਸ਼ਾਸਨ ਦੇ ਥਰੂ ਜਾਂ ਫਿਰ ਸਰਕਾਰ ਨੇ ਕਿਸੇ ਵੀ ਜ਼ਰੀਏ ਨਾਲ ਤੁਹਾਡੇ ਤੱਕ ਕੋਈ ਅਪਰੋਚ ਕੀਤੀ? ਨਹੀਂ ਬਾਈ, ਪਿਛਲੇ 6 ਦਿਨਾਂ ਤੋਂ ਅਸੀਂ ਜਿਹੜਾ ਮੋਰਚੇ ਤੇ ਡਟੇ ਹੋਏ ਆ ਸਿੰਘਾਂ ਸਮੇਤ ਆ, ਤੇ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਨਹੀਂ ਕੋਈ ਇਦਾਂ ਦੀ ਪਹੁੰਚ ਤਾਂ ਨਹੀਂ ਹੋਈ ਆ। ਹਾਂ, ਸੰਗਤਾਂ ਦਾ ਜ਼ਰੂਰ ਪਿਆਰ ਆ, ਲੋਕਾਂ ਦੇ ਮਨਾਂ ਦੇ ਵਿੱਚ ਰੋਸ ਆ ਇਸ ਦੁਖਾਂਤ ਜਿਹੜਾ ਪੰਜਾਬ ਦੇ ਵਿੱਚ ਵਾਪਰਿਆ ਇਸ ਪ੍ਰਤੀ, ਤੇ ਲੋਕਾਂ ਦਾ ਜਿਹੜਾ ਇੱਥੇ ਪਿਆਰ ਮਿਲ ਰਿਹਾ, ਲੋਕ ਆਉਂਦੇ ਜਾਂਦੇ ਆ ਇੱਥੇ ਆਪਣਾ ਸਮਰਥਨ ਕਰ ਰਹੇ ਆ। ਠੀਕ ਹੈ, ਕਿਉਂਕਿ ਜ਼ਰੂਰੀ ਸੀ ਇਹ ਸਮਝਣਾ ਕਿ ਬੇਅਦਬੀ ਦੀ ਘਟਨਾ ਪਹਿਲਾਂ ਵਾਪਰਦੀ ਹੈ, ਫਿਰ ਉਸ ਤੋਂ ਬਾਅਦ ਗੋਲੀकांड ਦਾ ਇਹ ਘਟਨਾ ਵਾਪਰਦੀ ਹੈ। ਤੁਸੀਂ ਸਪਸ਼ਟ ਕਰਤਾ ਸੀ ਕਿ ਸਿਰਫ ਤੇ ਸਿਰਫ ਗੋਲੀकांड ਮਾਮਲੇ ਤੇ ਕੇਂਦਰਿਤ ਰਹੂਗਾ ਇਹ ਮੋਰਚਾ। ਫਿਰ ਜਿਹੜੀਆਂ ਸੰਗਤਾਂ ਆਉਂਦੀਆਂ ਨੇ, ਸੰਗਤਾਂ ਤਾਂ ਇਹ ਵੀ ਚਾਹੁੰਦੀਆਂ ਨੇ ਕਿ ਬੇਅਦਬੀ ਦਾ ਵੀ ਫਿਰ ਇਨਸਾਫ ਮਿਲਣਾ ਚਾਹੀਦਾ, ਦੋਵੇਂ ਮੰਗਾਂ ਵਿੱਚ ਇਨਕਲੂਡ ਕਰ ਲੈਂਦੇ, ਜਾਂ ਸੰਗਤਾਂ ਇਹ ਕਹਿੰਦੀਆਂ ਕਿ ਠੀਕ ਹੈ ਦੋਵੇਂ ਮੰਗਾਂ ਨਾਲ ਚੱਲਦੀਆਂ ਰਹਿੰਦੀਆਂ? ਦੋਨੇ ਮੰਗਾਂ ਹੀ ਆ। ਬੇਅਦਬੀ ਆ ਜਿਹੜੀ ਸਾਹਿਬ ਸ੍ਰੀ ਗੁਰੂ 2015 ਤੋਂ ਲੈ ਕੇ ਅੱਜ ਤੱਕ ਜਿਹੜੀ ਹੋਈ ਆ, ਜਿੱਥੇ ਹੋਈ ਆ, ਤਾਂ ਉਹਦਾ ਇਨਸਾਫ ਆ ਇਹ ਸਰਕਾਰ ਨੂੰ ਕਰਨਾ ਪੈਣਾ, ਕਿਉਂਕਿ ਬੇਅਦਬੀ ਹੀ ਤੁਰਾ ਸੀ ਗੋਲੀकांड ਦਾ। ਜੇ ਬੇਅਦਬੀ ਹੋਈ ਸੀ ਤਾਂ ਸਿੱਖ ਪ੍ਰੋਟੈਸਟ ਤੇ ਬੈਠੇ ਸੀਗੇ। ਪਹਿਲੀ ਮੰਗ ਹੀ ਸਾਡੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ 2015 ਤੋਂ, ਜਦੋਂ ਤੋਂ 1 ਜੂਨ 2015 ਦਾ ਸਰੂਪ ਚੋਰੀ ਹੋਇਆ ਤੇ ਅੱਜ ਤੱਕ। ਇਹ ਨਹੀਂ ਹੈ ਇਕੱਲੀ ਇੱਥੋਂ ਵਾਲੀ ਆਪਾਂ ਕਹਿੰਦੇ ਆ ਬਗਰਾੜੀ ਬਹਿਬਲ ਵਾਲੀ, ਇਕੱਲਾ ਗੋਲੀकांड ਤੇ ਨਹੀਂ ਕੇਂਦਰਿਤ ਹੋਊਗਾ। ਬਹਿਬਲ ਕਲਾਂ ਗੋਲੀकांड ਹੀ ਉਸ ਬੇਅਦਬੀ ਚੋਂ ਨਿਕਲਦਾ ਜਿਹੜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਤੋਂ ਸਰੂਪ ਚੋਰੀ ਕੀਤੇ ਜਾਂਦੇ ਆ। ਤੇ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਬੇਅਦਬੀ ਹੁੰਦੀ ਆ। ਮੱਲਕੇ, ਬਰਗਾੜੀ, ਭਗਤਾ, ਹੋਰ ਕਈ ਇਹੋ ਜਿਹੀਆਂ ਜਗ੍ਹਾ ਤੇ ਬੇਅਦਬੀ ਹੁੰਦੀ ਆ, ਗੁਰਦੁਆਰਿਆਂ ਨੂੰ ਅੱਗਾਂ ਲੱਗਦੀਆਂ, ਤੇ ਸਰਕਾਰ ਇਸ ਦਾ ਕੋਈ ਉੱਤਾ ਹੀ ਨਹੀਂ ਵਾਚਦੀ। ਇਸ ਵਿਸ਼ੇ ਨੂੰ ਲੈ ਕੇ 2017 ਦੇ ਵਿੱਚ ਸਰਕਾਰ ਬਣ ਜਾਂਦੀ ਆ ਤਾਂ ਉਹ ਪੂਰਾ ਜਿਹੜਾ 2 ਮੰਗਾਂ ਜਿਹੜੀਆਂ ਸਾਡੀਆਂ, ਇੱਕ ਬੇਅਦਬੀ ਦਾ ਜਿਹੜਾ ਇਨਸਾਫ ਆ, ਜਦੋਂ ਡੇਰੇ ਦੇ ਪਤਾ ਲੱਗ ਗਿਆ ਵੀ ਇਹਨਾਂ ਨੇ ਕੀਤੀ ਆ, ਇਹਨਾਂ ਨੇ ਕਰਾਈ ਆ, ਤਾਂ ਉਹਨਾਂ ਨੂੰ ਸਖਤ ਸਜ਼ਾਵਾਂ ਕਿਉਂ ਨਹੀਂ। ਦੂਸਰੇ ਪਾਸੇ ਗੋਲੀकांड ਬੇਅਦਬੀ ਦੇ ਰੋਸ ਵਜੋਂ ਜਿਹੜੀਆਂ ਸੰਗਤਾਂ ਬੈਠੀਆਂ ਉਹ ਤੇ ਪੁਲਿਸ ਅੰਨ੍ਹੇਵਾਹ ਤਸ਼ੱਦਦ ਕਰਦੀ ਹੈ, ਗੋਲੀਆਂ ਚਲਾਉਂਦੀ ਆ, ਤਾਂ ਉਹਨਾਂ ਤੇ ਕਾਰਵਾਈ। ਸੋ 2 ਮੰਗਾਂ ਜਿਹੜੀਆਂ ਸਾਡੀਆਂ ਇਸ ਮੋਰਚੇ ਦੀਆਂ ਅਹਿਮ ਨੇ। ਸੁਖਰਾਜ, ਤੁਸੀਂ ਲਗਾਤਾਰ ਕਿਉਂਕਿ ਜੋ ਕੋਰਟ ਦੇ ਵਿੱਚ ਜਿਸ ਤਰ੍ਹਾਂ ਦੇ ਮਾਮਲੇ ਚੱਲਦੇ ਨੇ, ਤੁਸੀਂ ਲਗਾਤਾਰ ਉਹਨਾਂ ਦੀ ਪੈਰਵਾਈ ਵੀ ਕਰਦੇ ਹੋ ਕਿ ਸੰਗਤਾਂ ਨੂੰ ਇਸ ਗੱਲ ਤੋਂ ਵੀ ਜਾਣੂ ਕਰਵਾ ਦਿਓ ਕਿ ਹੁਣ ਜਿਹੜਾ ਕੋਰਟ ਦੇ ਵਿੱਚ ਮਾਮਲਾ ਚੱਲ ਰਿਹਾ, ਜਿਹਦੀ ਸੁਣਵਾਈ ਵੀ ਸੀ ਪਿਛਲੇ ਦਿਨੀ, ਉਹ ਕਿਉਂਕਿ ਚੋਣਾਂ ਹੋਣੀਆਂ ਸੀਗੀਆਂ ਉਹਨਾਂ ਦੇ ਕਰਕੇ ਉਹਨੂੰ ਡਿਲੇ ਕਰ ਦਿੱਤਾ ਗਿਆ, ਔਰ ਉਹ ਕਿੱਥੇ ਕੁ ਤੱਕ ਖੜੀ ਹੈ ਗੱਲ? ਦੇਖੋ ਬਾਈ, ਕੋਰਟ ਦੇ ਵਿੱਚ ਪਤਾ ਕੀ ਹੈ, ਜੇ ਬਹਿਬਲ ਗੋਲੀकांड ਦੀ ਗੱਲ ਕਰੀਏ, ਇੱਕ ਕੋਟਕਪੂਰੇ ਦੀ ਗੱਲ ਕਰੀਏ ਤਾਂ ਖਾਰਜ ਕਰ ਦਿੱਤੀ ਆ। ਉਹ ਤਾਂ ਹਜੇ ਨਵੀਂ ਸੱਟ ਨੇ ਕੋਈ ਚਲਾਨ ਨਹੀਂ ਦਿੱਤਾ, ਕੋਈ ਅੱਗੇ ਗੱਲ ਨਹੀਂ ਬਣੀ। ਤਾਂ ਜਿਹੜਾ ਬਹਿਬਲ ਦਾ ਉਹ ਕੋਰਟ ਦੇ ਵਿੱਚ ਪੈਂਡਿੰਗ ਹੀ ਆ, ਉਹ ਚੱਲ ਰਿਹਾ। ਉਹਦੇ ਤਾਂ ਸਰਕਾਰ ਦੀ ਨਲਾਇਕੀ ਆ ਕਿ ਉਹਦੇ ਤੇ ਚਾਰਜਸ ਨਹੀਂ ਲਵਾ ਰਹੀ। ਸਰਕਾਰ ਆਪਣਾ ਭੂਮਿਕਾ ਜਿਹੜੀ ਉਹ ਚੰਗੇ ਤਰੀਕੇ ਨਾਲ ਨਹੀਂ ਨਿਭਾ ਰਹੀ, ਤੇ ਦੋਸ਼ੀਆਂ ਵੱਲੋਂ ਉਹਨੂੰ ਵੀ ਖਾਰਜ ਕਰਾਉਣ ਵਾਸਤੇ ਪਟੀਸ਼ਨਾਂ ਪਾਈਆਂ ਹੋਈਆਂ ਬਹਿਬਲ ਗੋਲੀकांड ਦੀ ਜਿਹੜੀ ਜਿੰਨੀ ਜਾਂਚ ਆ ਉਹਨੂੰ ਖਾਰਜ ਕਰਨ ਵਾਸਤੇ। ਤੇ ਦੂਸਰੇ ਪਾਸੇ ਸਰਕਾਰ ਉਹਦੇ 'ਚ ਆਪਣਾ ਪੱਖ ਨਹੀਂ ਚੰਗਾ ਰੱਖ ਰਹੀ, ਤੇ ਉਹ ਜਿਸ ਕਾਰਨ ਤਰੀਕ ਪੈਂਦੀ ਆ, ਇੱਕ ਦੋਸ਼ੀਆਂ ਵੱਲੋਂ ਅਰਜ਼ੀ ਲਾ ਦਿੱਤੀ ਜਾਂਦੀ ਹੈ ਨਿੱਕੀ ਜੀ ਕਿ ਅੱਜ ਅਸੀਂ ਬਿਮਾਰ ਹਾਂ, ਅੱਜ ਮੈਡੀਕਲ ਲੀਵ ਤੇ ਆ, ਜਾਂ ਅਸੀਂ ਇਸ ਬੰਦੇ ਦਾ ਇਹ ਜਿਹੜਾ ਐਡਵੋਕੇਟ ਜਨਰਲ ਦੁਬਾਰਾ ਲਾਤਾ, ਤੁਸੀਂ ਇਹ ਸਾਨੂੰ ਸਹੀ ਨਹੀਂ ਹੈ, ਜਿਵੇਂ ਬੈਂਸ ਸਾਹਿਬ ਲਾਏ ਸੀ ਉਹਨਾਂ ਤੇ ਲਾਤਾ। ਸੋ ਉਹ ਇੱਕ ਚਾਰਜਸ ਤੇ ਖੜਾ, ਗਵਾਹੀਆਂ ਤੇ ਕੇਸ ਖੜਾ, ਤੇ ਜਿਹਦੇ ਨਾਲ ਕਵਾਂਗੇ ਵੀ ਉਹ 'ਚ ਵੀ ਫੈਸਲੇ ਸਾਰਥਕ ਆਉਣ ਦੀ ਸੰਭਾਵਨਾ ਹੈ। ਦੋਸ਼ੀ ਆ ਜਿਹੜੇ ਟੰਗੇ ਜਾ ਸਕਦੇ ਆ, ਪਰ ਸਰਕਾਰ ਹੀ ਉਹ 'ਚ ਪੱਖ ਨਹੀਂ ਚੰਗਾ ਨਿਭਾ ਰਹੀ। ਸੋ ਇੱਥੇ ਬੈਠਣ ਦਾ ਮਕਸਦ ਇਹ ਆ ਵੀ 6 ਸਾਲ ਸਬਰ ਆ ਜਿਹੜਾ ਉਹ ਰੱਖਿਆ, ਸਰਕਾਰਾਂ ਤੇ ਇਸ ਕਾਨੂੰਨ ਤੇ ਆਸ ਰੱਖੀ, ਤਾਂ ਮਜਬੂਰਨ ਅੱਜ ਲੋਕਾਂ ਨੂੰ ਆਵਾਜ਼ ਮਾਰਨੀ ਪਈ ਆ ਲੋਕਾਂ ਦੇ ਏਕੇ ਵਾਸਤੇ। ਜੇ ਆਪਾਂ ਏਕਾ ਕਰਕੇ ਇੱਕ ਦੇਸ਼ ਦੀ ਸਰਕਾਰ ਜਿਹੜੀ ਕਾਲੇ ਕਾਨੂੰਨ ਪੰਜਾਬ ਦੇ ਵਿੱਚ ਲੈ ਕੇ ਆਈ ਸੀ,
ਜਿਹੜੇ ਕਹਾਂਗੇ ਵੀ ਕਿਸਾਨਾਂ ਦੇ ਹਿੱਤ ਵਾਸਤੇ ਨਹੀਂ ਸੀਗੇ, ਤਾਂ ਉਹਨਾਂ ਨੂੰ ਰੱਦ ਕਰਨ ਵਾਸਤੇ ਲੋਕਾਂ ਦਾ ਇੱਕ ਹੀ ਕੰਮ ਆਇਆ। ਲੋਕਾਂ ਦੇ ਏਕੇ ਨੇ ਉਹ ਰੰਗ ਲਿਆਂਦਾ ਤੇ ਆਪਾਂ ਮੋਰਚਾ ਜਿਹੜਾ ਦਿੱਲੀ ਵਾਲਾ ਜਿੱਤਿਆ। ਉਸੇ ਤਰ੍ਹਾਂ ਹੀ ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ। ਬੇਅਦਬੀ ਦੇ ਵਿੱਚ ਵੀ ਇਨਸਾਫ ਲੋਕਾਂ ਦੇ ਏਕੇ ਦੇ ਵਿੱਚੋਂ ਨਿਕਲਣਾ। ਉਹ ਅੱਜ ਹੋ ਜੇ, ਕੱਲ ਹੋ ਜੇ, ਉਹ ਮਹੀਨੇ ਨੂੰ ਹੋ ਜੇ, ਸਾਲ ਨੂੰ ਹੋ ਜੇ, ਜਿੰਨਾ ਟਾਈਮ ਲੋਕ ਇਕੱਠੇ ਨਹੀਂ ਹੁੰਦੇ, ਪੰਜਾਬ ਦੀ ਸਿੱਖ ਤੇ ਸਹਿਰਦ ਲੋਕ ਦਰਦ ਰੱਖਣ ਵਾਲੇ ਇਕੱਠੇ ਨਹੀਂ ਨਾ ਹੁੰਦੇ, ਸਾਡਾ ਇਕੱਠ ਨਹੀਂ ਵੱਧਦਾ, ਉਹਨਾਂ ਟਾਈਮ ਸਰਕਾਰਾਂ ਦੇ ਕੰਨ ਤੇ ਜੂ ਨਹੀਂ ਸਰਕਦੀ। ਸੁਖਰਾਜ, ਜੇ ਇਹੀ ਫੈਸਲਾ ਸੀ ਕਿ ਸਾਨੂੰ ਮੋਰਚਾ ਹੀ ਲਾਉਣਾ ਪਊਗਾ, ਸਾਨੂੰ ਮੋਰਚੇ ਤੋਂ ਬਾਅਦ ਹੀ ਇਨਸਾਫ ਮਿਲਣਾ ਹੈ, ਤਾਂ ਕੁਝ ਕੁ ਦਿਨ ਹੀ ਹੈ ਜਦੋਂ ਕੋਡ ਆਫ ਕੰਡਕਟ ਲੱਗ ਜਾਣਾ, ਸਰਕਾਰ ਦੇ ਹੱਥ 'ਚੋਂ ਪਾਵਰ ਨਿਕਲ ਜਾਣੀ ਹੈ, ਤੁਹਾਨੂੰ ਲੱਗਦਾ ਕਿ ਇੰਨੇ ਕੁ ਦਿਨਾਂ ਦੇ ਵਿੱਚ ਕੋਈ ਇਨਸਾਫ ਦੇ ਸਕਦੀ ਹੈ ਸਰਕਾਰ, ਜਾਂ ਕੁਝ ਐਲਾਨ ਕੋਈ ਏਡਾ ਬੜਾ ਕਰ ਸਕਦੀ ਹੈ ਇਸ ਮੋਰਚੇ ਨੂੰ ਧਿਆਨ ਦੇ ਵਿੱਚ ਰੱਖਦਿਆਂ, ਜਾਂ ਇਸ ਪੂਰੇ ਘਟਨਾਕ੍ਰਮ ਦੇ ਸੰਦਰਭ ਦੇ ਵਿੱਚ ਕੁਝ ਐਸਾ ਹੋ ਸਕਦਾ? ਬਾਈ ਜੀ, ਪਹਿਲੀ ਗੱਲ ਇਹ ਆ ਵੀ ਮੋਰਚਾ 2015 ਤੋਂ ਹੀ ਚੱਲ ਰਿਹਾ ਸੰਘਰਸ਼, ਸਾਰੇ ਪੰਜਾਬ ਦੇ ਲੋਕ ਕਰ ਰਹੇ ਆ। ਹਾਂ, ਉਹ ਗੱਲ ਵੱਖਰੀ ਆ ਕਿ ਲੋਕਾਂ ਦੇ ਮਨਾਂ ਦੇ ਵਿੱਚ ਦਰਦ ਹੋਣ ਦੇ ਮਤਲਬ ਉਹਨਾਂ ਨੂੰ ਇੱਕ ਪਲੇਟਫਾਰਮ ਨਹੀਂ ਮਿਲ ਰਿਹਾ ਸੀ। ਜੇ ਮਿਲਿਆ ਸੀ ਤਾਂ ਉਹ ਸਰਕਾਰਾਂ ਦੀ ਨਲਾਇਕੀ ਕਾਰਨ ਹੀ ਸਾਡੇ ਤੋਂ ਖੁੰਝਿਆ। ਸਰਕਾਰਾਂ ਨੂੰ ਚੁਕਾਉਣ ਆਈਆਂ, ਝੂਠੇ ਵਾਅਦੇ ਕੀਤੇ, ਸਾਡੇ ਲੀਡਰ ਬਹਿਕਾਵੇ 'ਚ ਆਏ ਤਾਂ ਉੱਠੇ। ਜੇ ਅਸੀਂ ਨਾ ਉੱਠਦੇ, ਹੋ ਸਕਦਾ ਵੀ ਉਹਦੇ 'ਚ ਹੀ ਹੱਲ ਹੋ ਜਾਂਦੇ। ਦੂਸਰਾ, ਜਦੋਂ ਉਸ ਤੋਂ ਬਾਅਦ ਮੂਵਮੈਂਟ ਬਣਾਉਣ ਦੀ ਕੋਸ਼ਿਸ਼ ਕੀਤੀ ਆ ਤੇ ਕੇਂਦਰ ਦੀ ਸਰਕਾਰ ਨੇ ਸਾਡੇ 'ਚ ਕਾਨੂੰਨ ਇਦਾਂ ਦੇ ਲਿਆਤੇ ਕਿ ਸਾਡੀ ਕਿਸਾਨੀ ਖਤਰੇ 'ਚ ਹੋ ਗਈ। ਸਾਡੀ ਜਦੋਂ ਤੋਂ ਲੋਕ ਪੇਟ ਚੱਲਦਾ, ਆਪਾਂ ਭੁੱਖ ਮਰਦੀ ਆ, ਆਪਾਂ ਕਿਰਤ ਕਰਦੇ ਆ, ਉਹੀ ਖਤਰੇ 'ਚ ਹੋ ਗਈ, ਤਾਂ ਉਹਦੇ 'ਚ ਏਕਾ ਜ਼ਰੂਰੀ ਸੀ। ਉਹਦੇ ਪੈਰਲਲ ਪੰਜਾਬ ਦੇ ਵਿੱਚ ਜੇ ਆਪਾਂ ਪੰਥ ਦਾ ਮੋਰਚਾ ਖੜਾ ਕਰਦੇ, ਬੇਅਦਬੀ ਨੂੰ ਲੈ ਕੇ ਮੋਰਚਾ ਖੜਾ ਕਰਦੇ, ਤਾਂ ਕਿਤੇ ਨਾ ਕਿਤੇ ਉਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਗੱਲ ਇਹ ਵੱਜਣੀ ਸੀ ਕਿ ਇਹ ਸਰਕਾਰ ਨੇ ਖੜਾ ਕਰਾਤਾ ਕਿਸਾਨੀ ਨੂੰ ਦਬਾਉਣ ਦੇ ਲਈ, ਕਾਲੇ ਕਾਨੂੰਨ ਪੰਜਾਬ ਦੇ ਵਿੱਚ ਲਾਗੂ ਕਰਾਉਣ ਲਈ ਲੋਕਾਂ ਦਾ ਧਿਆਨ ਭਟਕਾਤਾ ਵੀ ਲੋਕ ਸੁਨੇਹਾ ਠੀਕ ਨਹੀਂ ਜਾਣਾ ਸੀ, ਜਿਹਦੇ ਨਾਲ 15 ਨੂੰ ਇਹ ਮੋਰਚਾ ਫਤਿਹ ਹੁੰਦਾ। ਆਪਾਂ ਸਭ ਨੂੰ ਪਤਾ 15 ਦਸੰਬਰ ਨੂੰ ਆਪਾਂ ਜਿੱਤ ਦਾ ਪ੍ਰਤੀਕ ਲੈ ਕੇ ਦਿੱਲੀ ਤੋਂ ਪੰਜਾਬ ਨੂੰ ਆਉਣੇ ਆ, ਤੇ 16 ਤਰੀਕ ਨੂੰ ਮੇਰਾ ਮੋਰਚਾ ਜਿਹੜਾ ਆਪਣਾ ਇੱਥੇ ਸਿੱਖ ਪੰਥ ਦਾ ਮੋਰਚਾ ਉਹ ਸ਼ੁਰੂ ਹੋ ਜਾਂਦਾ। ਉਹਦੇ ਲਈ ਇਹ ਆ ਕਿ ਸਾਡਾ ਇਕੱਠ ਸਿੱਖਾਂ ਦਾ ਮੋਰਚਾ, ਪੰਥ ਦਾ ਮੋਰਚਾ, ਸਾਰੀਆਂ ਸੰਗਤਾਂ ਦਾ ਮੋਰਚਾ, ਤੇ ਸਾਨੂੰ ਇਕੱਠ ਕਰਕੇ ਹੀ ਜਿੱਤਣਾ ਪਊਗਾ। ਜ਼ਰੂਰੀ ਨਹੀਂ ਆ ਇਹ ਸਰਕਾਰ ਦੇ 15 ਦਿਨ ਰਹਿ ਗਏ, ਤਾਂ ਅਸੀਂ ਪੂਰੀ 15 ਦਿਨ ਕੱਢ ਦਿਓ, ਵਿੱਚੋਂ ਇਹਦੇ 20 ਦਿਨ ਕੱਢ ਦਿਓ, ਤੇ 5 ਸਾਲ ਦੇਖੇ ਇਹ ਆਪਾਂ। ਇਹਨਾਂ ਨੇ 5 ਸਾਲਾਂ 'ਚ ਇਨਸਾਫ ਨਹੀਂ ਦਿੱਤਾ, ਸਰਕਾਰਾਂ ਨੇ ਇਨਸਾਫ ਆਉਣ ਵਾਲੀ ਨੇ ਵੀ ਨਹੀਂ ਦੇਣਾ। ਆਪਾਂ ਕਹਾਂਗੇ ਲੋਕਾਂ ਦੇ ਏਕੇ ਨੇ ਇਨਸਾਫ ਲੈਣਾ। ਜੇ ਇਕੱਠੇ ਹੋਣਗੇ, ਸਰਕਾਰ ਜਿਹੜੀ ਮਰਜ਼ੀ ਹੋਵੇ, ਏਕਾ ਬਹੁਤ ਲਾਜ਼ਮੀ ਹੈ, ਜ਼ਰੂਰੀ ਹੈ। ਬਹੁਤ ਵੱਡੀ ਉਦਾਹਰਨ ਸਾਡੇ ਮੂਹਰੇ ਕਿਸਾਨੀ ਅੰਦੋਲਨ ਦੀ ਆ। ਪਰ ਜੇ ਹੁਣ ਬਰਗਾੜੀ ਇਨਸਾਫ ਮੋਰਚੇ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਲੋਕ ਬੜੇ ਹਤਾਸ਼ ਹੋਏ, ਬੜੀ ਨਿਰਾਸ਼ਾ ਗਈ ਉਹਨਾਂ ਸੰਗਤਾਂ ਦੇ ਵਿੱਚ। ਦੇਖੋ ਕਿੱਡੇ ਕਿੱਡੇ ਵੱਡੇ ਲੱਖਾਂ ਦੇ ਇਕੱਠ ਹੁੰਦੇ ਰਹੇ ਜਦੋਂ ਅਨਾਉਂਸ ਕਰਦੇ ਸੀ ਕਿ ਅੱਜ ਬੜਾ ਪ੍ਰੋਗਰਾਮ ਦੇਣਾ ਜੀ। ਵਿਦੇਸ਼ਾਂ ਤੋਂ ਸੰਗਤਾਂ ਆਉਂਦੀਆਂ ਰਹੀਆਂ ਨੇ, ਬਹੁਤ ਵੱਡੇ ਵੱਡੇ ਲੰਗਰ ਲੱਗਦੇ ਰਹੇ, ਬਹੁਤ ਵੱਡਾ ਫੰਡ ਆਉਂਦਾ ਰਿਹਾ। ਪਰ ਜਦੋਂ ਉਹ ਬਿਨਾਂ ਕਿਸੇ ਨਤੀਜੇ ਤੋਂ ਉੱਠ ਗਿਆ ਤੇ ਹੁਣ ਲੋਕਾਂ ਦੇ ਵਿੱਚ ਤਾਂ ਇੱਕ ਨਿਰਾਸ਼ਾ ਉਹੀ ਹੈ ਨਾ ਕਿ ਇੱਕ ਮੋਰਚਾ ਉਹ ਵੀ ਸੀ, ਮੋਰਚਾ ਇਹ ਵੀ ਹੈ। ਲੋਕਾਂ ਨੂੰ ਇਹ ਕਿਵੇਂ ਵਿਸ਼ਵਾਸ ਕਿਵੇਂ ਦਿਵਾਇਆ ਜਾਊਗਾ ਸੰਗਤ ਨੂੰ ਕਿ ਨਹੀਂ, ਉਹ ਨਹੀਂ, ਇਹ ਫਰਕ ਹੈ? ਬਾਈ ਜੀ, ਫਰਕ ਹੈ। ਮੰਗਾਂ ਵੀ ਸਾਡੀਆਂ ਵਾਜਿਬ ਆ। ਸਰਕਾਰ ਜਿਹੜੀਆਂ ਮੰਗਾਂ ਤੇ ਬਣੀ ਸੀ, ਉਹ ਸਰਕਾਰ ਦੇ ਲਈ ਸਵਾਲੀਆ ਚਿੰਨ੍ਹ ਹੈ ਵੀ ਜਿਹੜੀ ਚੀਜ਼ ਨੂੰ ਲੈ ਕੇ ਉਹਨਾਂ ਨੇ ਹੋਂਦ 'ਚ ਸਰਕਾਰ ਆਈ ਹੈ ਨਾ। ਦੂਸਰੀ ਗੱਲ, ਉਹ ਮੋਰਚਾ ਵੀ ਦਿੱਲੀ ਵਾਲੇ ਮੋਰਚੇ ਲਈ ਜਿੱਤ ਦਾ ਪ੍ਰਤੀਕ ਆ। ਜੇ ਬਗਰਾੜੀ ਮੋਰਚੇ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਨਾ, ਲੋਕਾਂ ਨੂੰ ਮਨ ਦੇ ਵਿੱਚ ਨਿਰਾਸ਼ਤਾ ਆਈ ਹੈ, ਤੇ ਦਿੱਲੀ 'ਚੋਂ ਹਿੱਲੇ ਨਹੀਂ। ਕਿਉਂ ਨਹੀਂ ਹਿੱਲੇ? ਕਿ ਸਾਡੇ ਨਾਲ ਬਗਰਾੜੀ ਵਾਲੀ ਨਾ ਹੋ ਜੇ। ਆਗੂ ਜੋ ਮਰਜ਼ੀ, ਉੱਥੇ ਲੋਕਾਂ ਨੇ ਇੱਥੇ ਆਗੂ ਤੇ ਗੱਲ ਛੱਡੀ ਸੀ, ਤੇ ਆਗੂ ਨੂੰ ਹੀ ਲੋਕ ਅੱਜ ਲਾਹਨਤਾ ਪਾਉਂਦੇ ਆ। ਲੋਕਾਂ ਨੂੰ ਆਪਸ ਵਿੱਚ ਤਾਂ ਲੋਕ ਲੜੇ ਨਹੀਂ ਨਾ। ਉਹੀ ਲੋਕ ਦਿੱਲੀ ਬੈਠੇ ਸੀ ਜਿਹੜੇ ਬਗਰਾੜੀ ਬੈਠੇ ਸੀਗੇ, ਉਹੀ ਲੋਕ ਕਹਿੰਦੇ ਸੀ ਵੀ ਸਾਡੇ ਨਾਲ ਬਗਰਾੜੀ ਵਾਲੀ ਨਾ ਹੋਵੇ, ਆਪਾਂ ਇੱਥੋਂ ਹਿੱਲਣਾ ਨਹੀਂ ਭਾਵੇਂ ਮਰ ਜਗੇ। ਸੋ ਉੱਥੇ ਆਗੂਆਂ ਤੇ ਗੱਲ ਨਹੀਂ ਛੱਡੀ ਗਈ ਸੀ, ਉੱਥੇ ਲੋਕਾਂ ਦੀ ਜਿੱਤ ਤੇ ਸੀ। ਆਗੂ ਤਾਂ ਇੱਕ ਜਰੀਆ ਬਣਾਏ ਸੀ ਉਹਨਾਂ ਨੇ ਲੋਕਾਂ ਦਾ ਗੱਲ ਕਰਨ ਦਾ, ਬਈ ਚਲੋ ਪਿੰਡਾਂ ਦੇ ਵਿੱਚ ਜਥੇਬੰਦੀਆਂ ਬਣੀਆਂ, ਇਹ ਸਰਕਾਰ ਦੇ ਨਾਲ ਗੱਲ ਕਰਦੇ ਆ। ਪਰ ਤੁਸੀਂ ਇਹ ਦੇਖੋ ਵੀ ਜਿੰਨੀਆਂ ਉਹਨਾਂ ਦੀਆਂ ਗੱਲਾਂ ਸੀ, ਕੀ ਲੋਕਾਂ ਨੇ ਮੰਨੀਆਂ? ਆਗੂਆਂ ਨੇ ਚਿੱਠੀਆਂ ਵੀ ਭੇਜਤੀਆਂ ਸੀ ਵੀ ਸਾਡੇ ਕਾਨੂੰਨ 'ਚ ਇੱਕ ਕਰ ਲਓ, ਦੂਜੇ ਰਹਿਣ ਦਿਓ। ਸਾਰੇ ਆਗੂਆਂ ਦੇ ਤੁਹਾਨੂੰ ਪਤਾ ਹੀ ਆ ਵੀ ਕੀ ਕੁਛ ਹੋਇਆ, ਤੇ ਤੁਸੀਂ ਸਾਡੇ ਨਾਲੋਂ ਵੱਧ ਜਾਣਦੇ ਹੋ ਕਿਉਂਕਿ ਮੀਡੀਆ ਉੱਥੇ ਪਲ ਪਲ ਦੀ ਖਬਰ ਰੱਖਦਾ ਰਿਹਾ। ਤੇ ਉਹਦੇ ਵਿੱਚ ਲੋਕਾਂ ਨੇ ਉਹ ਚੀਜ਼ ਨਕਾਰਤੀ। ਨਾ ਤਾਂ ਲੋਕ ਆਗੂਆਂ ਦੇ ਕਹਿਣ ਤੇ ਆਏ। ਆਗੂਆਂ ਨੇ ਤਾਂ ਜਿੱਦਾਂ ਮੋਦੀ ਨੇ ਬੋਲਤਾ ਉਦਾਂ ਹੀ ਕਹਿੰਦੇ ਸੀ ਵੀ ਮੁੜ ਜਾਓ ਦਿੱਲੀ ਨੂੰ, ਤੇ ਲੋਕਾਂ ਨੇ ਕਿਹਾ ਸੀ ਵੀ ਜਿੰਨਾ ਚਿਰ ਲਿਖਤ ਹੀ ਨਹੀਂ ਆਉਂਦਾ ਸਾਡੇ ਕੋਲ ਉਹਨਾਂ ਚਿਰ ਜਾਂਦੇ ਨਹੀਂ। ਲੋਕ ਤਾਂ ਅੱਜ ਵੀ ਦਿੱਲੀ ਤੋਂ ਆਈ ਜਾਂਦੇ ਆ, ਹਜੇ ਮੈਨੂੰ ਲੱਗਦਾ 1-2 ਬੈਠੇ ਹੋਣਗੇ, ਆਈ ਜਾਂਦੇ ਆ ਵੀ ਅੰਡੇ ਰਹਿ ਗਿਆ ਹਜੇ, ਕੋਈ ਨਾ ਸਾਰਾ ਕੁਝ ਇਕੱਠਾ ਕਰਕੇ ਆਵਾਂਗੇ। ਸੋ ਇਹ ਲੋਕਾਂ ਦੀ ਜਿੱਤ ਹੋਈ ਆ। ਉਸੇ ਤਰ੍ਹਾਂ ਹੀ ਇਸ ਇਨਸਾਫ ਮੋਰਚੇ ਵਿੱਚ ਵੀ ਲੋਕਾਂ ਦੇ ਸਮਰਥਨ ਦੀ ਲੋੜ ਆ। ਸੰਗਤਾਂ ਦੇ ਜਿਹੜੀਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੋਏ ਨਰਾਦਰ ਨੂੰ ਸਮਝਦੀਆਂ, ਦਰਦ ਸਮਝਦੀਆਂ, ਉਹ ਜ਼ਰੂਰ ਇਕੱਠੇ ਹੋਣਗੇ।
ਤੇ ਉਹਨਾਂ ਦਾ ਏਕਾ ਜਿਹੜਾ ਜ਼ਰੂਰ ਰੰਗ ਲੈ ਕੇ ਆਊਗਾ, ਸਰਕਾਰ ਜਿਹੜੀ ਮਰਜ਼ੀ ਹੋਵੇ। ਸੁਖਰਾਜ, ਜਿਹੜੇ ਤੁਸੀਂ ਵੀ ਹੁਣੇ ਗੱਲ ਕੀਤੀ ਕਿ ਉਹਨਾਂ ਆਗੂਆਂ ਨੂੰ ਅੱਜ ਵੀ ਸਵਾਲ ਹੁੰਦੇ ਨੇ ਜਿਨ੍ਹਾਂ ਨੇ ਇਨਸਾਫ ਮੋਰਚੇ ਦੀ ਅਗਵਾਈ ਕੀਤੀ, ਕਿ ਉਹਨਾਂ ਨੂੰ ਇੱਥੇ ਆਉਣ ਦੀ ਇਜਾਜ਼ਤ ਹੋਊਗੀ ਜਾਂ ਤੁਹਾਡੇ ਵੱਲੋਂ ਕੋਈ ਐਸਾ ਕ੍ਰਾਈਟੇਰੀਆ ਰੱਖਿਆ ਕਿ ਨਹੀਂ, ਜਿਨ੍ਹਾਂ ਲੋਕਾਂ ਕਰਕੇ ਅਸੀਂ ਪਹਿਲਾਂ ਬਦਨਾਮ ਹੋਏ ਆ ਜਾਂ ਜਿਨ੍ਹਾਂ ਤੇ ਸਵਾਲ ਉੱਠੇ ਨੇ ਉਹਨਾਂ ਨੂੰ ਕੋਈ ਮਨਜ਼ੂਰੀ ਨਹੀਂ? ਦੇਖੋ, ਜਵਾਬ ਆ ਜਿਹੜੇ ਉਹ ਮੰਗੇ ਜਾਂਦੇ ਸਾਰਿਆਂ ਤੋਂ, ਭਾਵੇਂ ਸਰਕਾਰ ਦਾ ਨੁਮਾਇੰਦਾ ਆਵੇ ਤਾਂ ਉਹਦੇ ਤੋਂ ਸਵਾਲ ਹੁੰਦੇ ਆ, ਜਵਾਬ ਮੰਗੇ ਜਾਂਦੇ ਆ। ਜਿਹੜੇ ਆਗੂਆਂ ਨੇ ਗਲਤੀ ਕੀਤੀ ਆ ਉਹਨਾਂ ਲਈ ਸਵਾਲ ਜ਼ਰੂਰ ਆ, ਉਹਨਾਂ ਕੋਲੇ ਜਵਾਬ ਨਹੀਂ ਆ, ਪਰ ਹਾਂ ਇੰਨਾ ਕੁ ਜ਼ਰੂਰ ਆ ਕਿ ਉਹ ਸੰਗਤ ਰੂਪ ਬੈਠ ਜਾਣ ਤੇ ਉਹਨਾਂ ਦੀ ਸੁਝਾਅ ਨਹੀਂ ਚਾਹੀਦਾ, ਉਹਨਾਂ ਨੂੰ ਅਗਵਾਈ ਨਹੀਂ ਦੇਣੀ। ਅਗਵਾਈ ਨੌਜਵਾਨੀ ਦੀ ਆ, ਨਿਰੋਲ ਨੌਜਵਾਨੀ ਦੀ ਅਗਵਾਈ ਆ ਬਾਈ। ਜੇ ਨੌਜਵਾਨੀ ਕਹਿੰਦੀ ਆ ਨਾ ਵੀ ਸਾਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਬਾਬਿਆਂ, ਤੇ ਅੱਜ ਨੌਜਵਾਨੀ ਆ, ਅੱਗੇ ਆਓ, ਸੁਹਿਰਦ ਫੈਸਲੇ ਆ, ਦੋ ਮੰਗਾਂ ਜਾਇਜ਼ ਮੰਗਾਂ। ਕਿਵੇਂ ਅਗਵਾਈ ਸੌਂਪੋਗੇ ਨੌਜਵਾਨੀ ਨੂੰ? ਕਿਹੋ ਜੀ ਅਗਵਾਈ ਕਿਵੇਂ ਸੌਂਪੋਗੇ ਬਾਈ ਜੀ? ਨੌਜਵਾਨੀ ਦੇ ਨਾਲ ਆਪਾਂ ਦੇਖੋ, ਜੋ ਵੀ ਆ ਮੰਗਾਂ ਦੋ ਰੱਖਤੀਆਂ, ਸਰਕਾਰ ਕਹੇਗੀ ਵੀ ਇਹ ਚੋਂ ਸਿੱਧੀ ਹੱਲ ਕਰਤੀ, ਮੰਨਣਾ ਹੀ ਨਹੀਂ, ਸਾਨੂੰ ਹੈ ਹੀ ਨਹੀਂ। ਨੌਜਵਾਨੀ ਦੇ ਨਾਲ ਰਹੇ ਆ ਵੀ ਜੇ ਅਨਾਉਂਸ ਕਰਨਾ ਪ੍ਰੋਗਰਾਮ ਤਾਂ ਸਟੇਜ ਤੇ ਪ੍ਰੋਗਰਾਮ ਹੈ, ਸਾਡੀ ਕੋਈ ਗੱਲਬਾਤ ਨਹੀਂ ਆ। ਸਰਕਾਰ ਹਮੇਸ਼ਾ ਗੱਲ ਕਰਨ 'ਚ ਇੰਟਰਸਟਡ ਰੱਖਦੀ ਹੁੰਦੀ ਹੈ ਵੀ ਗੱਲ ਕਰਨੀ ਹੈ, ਗੱਲ ਅਸੀਂ ਕਰਨੀ ਨਹੀਂ। ਸਾਡੀਆਂ ਦੋ ਹੀ ਗੱਲਾਂ, ਜਦੋਂ ਅਸੀਂ ਦੋ ਗੱਲਾਂ ਨੂੰ ਕਹਿੰਦੇ ਆ ਵੀ ਪੂਰਾ ਕਰਨਾ, ਤੁਸੀਂ ਕਰ ਦਿਓ। ਗੋਲੀ ਕਾਂਡ ਵਾਲੇ ਪੁਲਿਸ ਵਾਲੇ ਜਿੰਨੇ ਆ ਸਾਹਮਣੇ ਆ, ਦੋਸ਼ੀਆਂ ਦੇ ਕੇਸ ਚੱਲਦੇ ਆ, ਕਾਰਵਾਈ ਕਰੋ, ਉਹਨਾਂ ਨੂੰ ਜੇਲ੍ਹਾਂ 'ਚ ਸੁੱਟੋ। ਬੇਅਦਬੀ ਸਰਸੇ ਵਾਲਾ ਉਹਨੂੰ ਨਾਮਜ਼ਦ ਕਰਕੇ ਪਰਚਾ ਕਰੋ, ਉਹਦੇ ਤੇ ਜਿਹੜੀ ਬਣਦੀ ਕਾਰਵਾਈ ਉਹ ਕਰੋ। ਜਿਹੜੇ ਭਗੌੜੇ ਕਰਾਰ ਤੁਹਾਡੇ ਹਾਈ ਕੋਰਟ ਨੇ ਦਿੱਤੇ ਹੋਏ ਆ ਤਾਂ ਤੁਸੀਂ ਉਹਨਾਂ ਤੇ ਕਾਰਵਾਈ, ਉਹਨਾਂ ਦੇ ਪਰਿਵਾਰਾਂ ਤੋਂ ਪੁੱਛਗਿੱਛ ਕਰੋ। ਕੀ ਬੰਦਾ ਇੰਨਾ ਵੀ ਭਗੌੜਾ ਹੋ ਜਾਊਗਾ ਵੀ ਆਪਦੇ ਪਰਿਵਾਰ ਤੋਂ ਦੂਰ ਹੋ ਜਾਊਗਾ? ਅੱਜ ਨਹੀਂ, ਮਹੀਨੇ ਨੂੰ, 2 ਮਹੀਨਿਆਂ ਨੂੰ, ਸਾਲ ਨੂੰ, ਮਤਲਬ 2-3 ਮਹੀਨਿਆਂ 'ਚ ਕੰਟੈਕਟ ਕਰਦਾ ਹੈ। ਤੇ ਇਹ ਵੀ ਨਹੀਂ ਹੋ ਸਕਦਾ ਪਤਾ ਨਾ ਹੋਵੇ, ਕੋਈ ਸੱਜਣ ਮਿੱਤਰ ਹੁੰਦਾ ਨੇੜਲਾ ਜਿਹਦੇ ਛਤਰ ਛਾਇਆ ਹੇਠ ਰਹਿੰਦਾ। ਉਹ ਸਾਰਾ ਜੇ ਆਪਾਂ ਜਗਰਾਵਾਂ ਦੇ ਵਿੱਚ 2 ਬੰਦਿਆਂ ਤੇ ਗੋਲੀਬਾਰੀ ਹੁੰਦੀ ਆ, ਮੌਤ ਹੋ ਜਾਂਦੀ ਆ, ਉਹ ਪੁਲਿਸ ਨਾਲ ਸੰਪਰਕ ਰੱਖਣ ਵਾਲੇ ਬੰਦਿਆਂ ਦੀ ਮੌਤ ਹੋ ਜਾਂਦੀ ਆ, ਤਾਂ ਇਹੀ ਮਹਿਕਮਾ ਉਹਦਾ ਮਾਸਟਰਮਾਈਂਡ ਲੱਭ ਕੇ ਕਲਕੱਤੇ ਦੇ ਵਿੱਚ ਜਾ ਕੇ ਐਨਕਾਊਂਟਰ ਕਰ ਦਿੰਦਾ। ਤੇ ਕੀ ਇਹੀ ਮਹਿਕਮਾ ਭਗੌੜਾ ਕਰਾਰ ਦਿੱਤੇ ਹੋਇਆਂ ਨੂੰ ਫੜ ਨਹੀਂ ਸਕਦਾ? ਕੀ ਇਹੀ ਮਹਿਕਮਾ ਜਿਹੜੇ ਨੇ ਗੋਲੀ ਚਲਾਈ ਆ ਉਹਨਾਂ ਤੇ ਸਖਤ ਕਾਰਵਾਈਆਂ ਨਹੀਂ ਕਰ ਸਕਦਾ? ਕਿਉਂਕਿ ਇੱਕ ਬੰਦੇ ਦੀ, 2 ਬੰਦਿਆਂ ਦੀ, 10 ਬੰਦਿਆਂ ਦੀ ਗਲਤੀ ਨਾਲ ਪੂਰਾ ਬਦਨਾਮ ਹੋ ਰਿਹਾ। ਸੋ ਸੋਚਣ ਦੀ ਲੋੜ ਆ, ਇਹ ਆਪ ਵੀ ਸੁਹਿਰਦ ਹੋਣ, ਕਾਨੂੰਨ ਨੂੰ ਵੀ ਥੋੜ੍ਹਾ ਜਿਹਾ ਦੇਖਣਾ ਚਾਹੀਦਾ, ਅਦਾਲਤਾਂ ਨੂੰ ਵੀ ਦੇਖਣਾ ਚਾਹੀਦਾ, ਜੱਜਾਂ ਨੂੰ ਵੀ ਸੋਚਣਾ ਚਾਹੀਦਾ। ਯਾਰ ਸਾਰੀਆਂ ਗੱਲਾਂ ਪਾਸੇ ਰੱਖ ਕੇ ਦੇਖੋ ਵੀ 2 ਬੰਦਿਆਂ ਦਾ ਮਰਡਰ ਹੋਇਆ, ਉਹ ਵੀ ਪੀਸਫੁਲ ਏਰੀਆ ਦੇ ਵਿੱਚ ਹੋਇਆ, ਵੀ ਉੱਥੇ ਪੀਸਫੁਲ ਪ੍ਰੋਟੈਸਟ ਕਰਦਿਆਂ ਦਾ ਹੋਇਆ, ਤੇ ਉੱਤੇ ਵੀ ਸਖਤ ਜਿਹੜੀਆਂ ਕਾਰਵਾਈਆਂ, ਸਜ਼ਾਵਾਂ ਹੋਣੀਆਂ ਚਾਹੀਦੀਆਂ। ਅੱਗੇ ਕਿਸ ਤਰੀਕੇ ਨਾਲ ਚੱਲੇਗਾ? ਕਿਉਂਕਿ ਤੁਸੀਂ ਕਿਹਾ ਕਿ ਇਕੱਠ ਤੇ ਏਕਤਾ ਬਹੁਤ ਜ਼ਰੂਰੀ ਹੈ, ਕੀ ਇਕੱਠ ਵੀ ਹੋਣਗੇ ਵੱਡੀ ਗਿਣਤੀ ਦੇ ਵਿੱਚ? ਕੋਈ ਇਸ ਤਰ੍ਹਾਂ ਦੀ ਕਾਲ ਵੀ ਹੋਊਗੀ? ਇਸ ਮੋਰਚੇ ਦੇ 10ਵੇਂ ਦਿਨ, ਅੱਜ ਸਾਨੂੰ 6 ਦਿਨ ਹੋ ਗਏ ਆ, ਅੱਜ ਤੋਂ 4 ਦਿਨ ਐਤਵਾਰ ਨੂੰ 26 ਦਸੰਬਰ ਨੂੰ ਅਸੀਂ ਇੱਥੇ ਇੱਕ ਸਮਾਗਮ ਰੱਖਿਆ, ਜੋ ਸਾਰਥਿਕ ਲੋਕਾਂ ਦਾ ਇਕੱਠ ਆ ਜਿਹੜਾ ਹੋਊਗਾ ਇੱਥੇ। ਜਿੰਨੇ ਕੁ 'ਚ ਗੱਲ ਜਾਊਗੀ, ਸਾਰਿਆਂ ਨੂੰ ਖੁੱਲ੍ਹਾ ਸੱਦਾ, ਉਹ ਜ਼ਰੂਰ ਹੋਣਗੇ। ਅਰਦਾਸ ਸਮਾਗਮ ਦਾ ਨਾਂ ਸਫਰ ਸ਼ਹਾਦਤ, ਜਿਹੜਾ ਅੱਜ ਦੇ ਟਾਈਮ ਸਾਡਾ ਗੁਰੂ ਆ, ਜਿਹੜਾ ਪਰਿਵਾਰ ਵਿਛੋੜਾ ਪਿਆ ਸੀਗਾ ਤੇ ਠੰਡ ਦੇ ਦਿਨਾਂ ਦੇ ਵਿੱਚ, ਠੰਡੇ ਬੁਰਜ, ਸਰਸਾ ਨਦੀ, ਸੋ ਸਫਰ ਸ਼ਹਾਦਤ ਨੂੰ ਸਮਰਪਿਤ ਅਰਦਾਸ ਹੈ। ਬੰਦੀ ਸਿੰਘਾਂ ਦੀ ਰਿਹਾਈ, ਜਿਹੜੇ 25-25, 30-30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਹੈ, ਉਹਨਾਂ ਦੀ ਰਿਹਾਈ ਵਾਸਤੇ, ਉਹਨਾਂ ਦੀਆਂ ਚੜ੍ਹਦੀਆਂ ਕਲਾਵਾਂ ਵਾਸਤੇ ਅਰਦਾਸ ਬੇਨਤੀ ਇਸ ਮੋਰਚੇ 'ਚ ਹੋਊਗੀ। ਤੇ ਤੀਸਰਾ, ਇਸ ਮੋਰਚੇ ਨੂੰ ਸੰਗਤ ਦਾ ਹੋਰ ਬਲ ਮਿਲੇ, ਉਹਦੀ ਚੜ੍ਹਦੀ ਕਲਾ ਵਾਸਤੇ ਤੇ ਵਾਹਿਗੁਰੂ ਦੇ ਓਟ ਆਸਰੇ ਵਾਸਤੇ ਅਰਦਾਸ ਆ ਜਿਹੜੀ, ਉਹ 26 ਤਰੀਕ ਦਿਨ ਐਤਵਾਰ ਨੂੰ ਜਿਹੜਾ ਅਸੀਂ ਪ੍ਰੋਗਰਾਮ ਰੱਖਿਆ। ਤੇ ਮੈਂ ਸਮਝਦਾ ਵੀ ਸਰਕਾਰਾਂ ਨੂੰ ਪਤਾ ਲੱਗ ਜਾਊਗਾ ਵੀ ਉਹ ਇਕੱਠ ਤੋਂ ਵੀ ਵਾਕਈ ਲੋਕ ਇਸ ਮੋਰਚੇ ਨੂੰ ਸਮਰਥਨ ਵੀ ਕਰਦੇ ਆ, ਤੇ ਲੋਕ ਸਮਝਦੇ ਵੀ ਆ ਵੀ ਉਹਨਾਂ ਦੇ ਅੰਦਰ ਬੇਅਦਬੀ ਦਾ ਦਰਦ ਹੈ, ਤੇ ਲੋਕ ਚਾਹੁੰਦੇ ਵੀ ਆ ਵੀ ਉਹ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾਵਾਂ ਸਖਤ ਮਿਲਣ। ਸੁਖਰਾਜ, ਕੱਲ ਨਵਜੋਤ ਸਿੰਘ ਸਿੱਧੂ ਵੀ ਤੁਹਾਡੇ ਕੋਲ ਪਹੁੰਚੇ, ਹਾਲਾਂਕਿ ਉਹ ਆਪਣੇ ਵੱਲੋਂ ਆਏ ਸੀ ਤੁਹਾਨੂੰ ਸਮਰਥਨ ਦੇਣ ਦੇ ਵਾਸਤੇ, ਔਰ ਉਹਨਾਂ ਦੀ ਹੀ ਸਰਕਾਰ ਹੈ, ਹੱਲ ਕਰਾਉਣ ਦੀ ਬਜਾਏ ਸਮਰਥਨ ਦੇਣ ਪਹੁੰਚੇ। ਕੀ ਚਰਚਾ ਹੋਈ ਹੈ? ਰੱਖੇ ਸਵਾਲ? ਬਿਲਕੁਲ ਜੀ, ਭਾਵੇਂ ਉਹ ਆਪਦੇ ਤੌਰ ਤੇ ਆਏ ਸੀ, ਸਮਰਥਨ ਦੇਣ ਆਏ ਸੀ, ਪਰ ਸਾਡੇ ਸਵਾਲ ਆ ਜਿਹੜੇ ਉਹ ਐਜ਼ ਏ ਪੋਲੀਟੀਸ਼ੀਅਨ ਵਾਲੇ ਸੀ, ਕਿਉਂਕਿ ਉਹਨਾਂ ਦੀ ਸਰਕਾਰ ਦੇ ਵਿੱਚ ਹੋਇਆ ਜਿਹੜਾ ਕੁਝ ਹੋਇਆ, ਉਹਨਾਂ ਦੀ ਸਰਕਾਰ ਹੀ ਮਤਲਬ ਕਰ ਰਹੀ ਹੈ, ਡਿਲੇ ਕਰ ਰਹੀ ਹੈ ਜਿਹੜਾ, ਤਾਂ ਸਵਾਲ ਰੱਖਣੇ ਵਾਜਬ ਜਿਹਾ ਕੰਮ ਸੀ ਤੇ ਰੱਖਣੇ ਵੀ ਬਣਦੇ ਸੀ। ਜੇ ਨਾ ਰੱਖਦੇ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਵੀ ਉਹ ਜਿਹੜੀ ਨਿਰਾਸ਼ਾ ਉਹ ਕਾਇਮ ਹੀ ਰਹਿਣੀ ਸੀ ਵੀ ਵਾਕਈ ਇਹ ਵੀ ਉਹੀ ਗੱਲਾਂ ਕਰ ਰਹੇ ਆ ਵੀ ਜਿਹੜੀਆਂ ਪਹਿਲਾਂ ਹੋਈਆਂ। ਅਸੀਂ ਉਹ ਨਹੀਂ ਕਰ ਰਹੇ। ਅਸੀਂ ਕੋਈ ਵੀ ਪੋਲੀਟੀਸ਼ੀਅਨ, ਜੇ ਸਰਕਾਰ ਦਾ ਨੁਮਾਇੰਦਾ ਹੁੰਦਾ, ਚਾਹੇ ਉਹਨਾਂ ਦਾ MLA ਵੀ ਹੈ ਨਾ, ਉਹਨੂੰ ਵੀ ਸਵਾਲ ਕਰੋ, ਕਿਉਂਕਿ ਉਹਦੇ ਵੀ ਕਿਤੇ ਨਾ ਕਿਤੇ ਉਸ ਦੇ ਵਿੱਚ ਭੂਮਿਕਾ ਹੈ।
ਉਹਦੀ ਵੀ ਸੁਣੀ ਜਾਂਦੀ ਆ। ਸਿੱਧੂ ਹੋਰਾਂ ਨੇ ਕੋਈ ਐਦਾਂ ਦਾ ਕੋਈ ਭਰੋਸਾ ਦਿੱਤਾ ਕਿ ਤੁਸੀਂ ਬੇਫਿਕਰ ਰਹੋ ਇੰਨੇ ਦਿਨਾਂ ਦੇ ਵਿੱਚ, ਜਿਵੇਂ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਬਰਗਾੜੀ ਇਨਸਾਫ ਮੋਰਚੇ ਦੇ ਵਿੱਚ ਕਿਹਾ ਸੀ ਕਿ ਸਾਡੇ ਕੋਲੇ ਪਾਵਰ ਹੋਵੇ ਤਾਂ ਅਸੀਂ 2 ਘੰਟਿਆਂ ਦੇ ਵਿੱਚ ਇਹਦਾ ਹੱਲ ਕਰਾ ਸਕਦੇ ਹਾਂ। ਹੁਣ ਉਹਨਾਂ ਕੋਲੇ ਗ੍ਰਹਿ ਮੰਤਰਾਲਾ ਵੀ ਆ, ਸਾਰਾ ਕੁਝ ਉਹਨਾਂ ਦੇ 3 ਮਹੀਨੇ ਹੋ ਗਏ ਉਹਨਾਂ ਕੋਲੇ ਇਹ ਚੀਜ਼ਾਂ ਆਏ ਨੂੰ, ਤਾਂ ਉਹਨਾਂ ਦਾ ਬਿਆਨ ਤੱਕ ਨਹੀਂ ਆਇਆ। ਰਾਤ ਜ਼ਰੂਰ ਮਾੜਾ ਜਿਹਾ ਬਿਆਨ ਆਇਆ ਕਿ ਅੱਜ ਅਸੀਂ ਗ੍ਰਹਿ ਮੰਤਰੀ ਨੂੰ ਮਿਲ ਰਹੇ ਹਾਂ। ਜੇ ਦੇਸ਼ ਦੇ ਗ੍ਰਹਿ ਮੰਤਰੀ ਨੇ ਹੱਲ ਕਰਨਾ ਸੀ ਤਾਂ ਪੰਜਾਬ ਸਰਕਾਰ ਕਿਉਂ ਬਣਾਈ? ਇਸ ਇਸ਼ੂ ਦੇ ਉੱਤੇ ਵੋਟਾਂ ਲੈਣ ਦੇ ਲਈ ਪੰਜਾਬ ਸਰਕਾਰ ਨੇ ਕਿਉਂ, ਪੰਜਾਬ ਦੇ ਇਹਨਾਂ ਨੇ ਕਾਂਗਰਸ ਪਾਰਟੀ ਨੇ ਕਿਹਾ ਕਿ ਸਾਡੀ ਸਰਕਾਰ ਬਣੂਗੀ ਅਸੀਂ ਹੱਲ ਕਰਾਂਗੇ। ਫਿਰ ਦੇਸ਼ ਦੇ ਕੋਲ ਤਾਂ ਅਸੀਂ ਵੀ ਜਾ ਸਕਦੇ ਸੀ। ਸੋ ਇਹ ਗੱਲਾਂ ਜਿਹੜੀਆਂ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀਆਂ ਹੋ ਰਹੀਆਂ, ਲੋਕਾਂ ਨੂੰ ਮੂਰਖ ਬਣਾਉਣ ਵਾਲੀਆਂ। ਚਲੋ ਬਣਾਈ ਜਾਣ ਕਰੀ ਜਾਣ, ਪਰ ਸਾਨੂੰ ਸਾਡੇ ਮਸਲੇ ਦਾ ਹੱਲ ਚਾਹੀਦਾ। ਬੇਅਦਬੀ ਰੁਕਣੀ ਚਾਹੀਦੀ ਆ, ਇਹਦੇ ਲਈ ਸਾਰਥਿਕ ਕਾਨੂੰਨ ਬਣਨੇ ਚਾਹੀਦੇ ਆ। ਇੱਕ ਪਾਸੇ ਤਾਂ ਹਾਈ ਕੋਰਟ, ਉਹੀ ਹਾਈ ਕੋਰਟ ਸੁਪਰੀਮ ਕੋਰਟ ਕਹਿ ਰਹੀ ਆ ਕਿ ਗੁਰੂ ਆ ਜਿਹੜਾ ਜੀਵਤ ਗੁਰੂ ਆ, ਇਹਨੂੰ ਜੀਵਤ ਗੁਰੂ ਦਾ ਦਰਜਾ ਮਿਲਿਆ, ਤੇ ਜੇ ਇਹਦੀ ਬੇਅਦਬੀ ਹੁੰਦੀ ਹੈ ਤਾਂ ਧਾਰਾ ਲੱਗਦੀ ਹੈ 295A। ਉਹ ਕਰਨ ਵਾਲਾ ਵੀ ਇਹ ਸੋਚਦਾ ਵੀ ਚੱਲ 3 ਮਹੀਨਿਆਂ 'ਚ ਬਾਹਰ ਆ ਜਾਣਾ, ਕੋਈ ਚੱਕਰ ਨਹੀਂ। ਉਹਨੂੰ 20 ਲੱਖ ਮਿਲਿਆ ਬੇਅਦਬੀ ਕਰਨ ਦਾ, ਅਗਲਾ ਕਹਿੰਦਾ ਵੀ 3 ਮਹੀਨਿਆਂ 'ਚ ਬਾਹਰ ਆ ਜਾਣਾ। 20 ਲੱਖ ਕਿਹੜਾ ਸੌਖਾ ਬਣ ਜਾਂਦਾ? 50 ਲੱਖ ਮਿਲਿਆ ਉਹ ਕਿਹੜਾ ਸੌਖਾ ਬਣ ਜਾਣਾ? ਇੱਥੇ ਕਰੋੜਾਂ ਉਹਨਾਂ ਨੂੰ ਐਂਟਰੀਆਂ ਵੱਜੀਆਂ ਨਾਲੇ ਮੰਨੇ ਆ, ਇਨਵੈਸਟੀਗੇਸ਼ਨਾਂ ਦੇ ਵਿੱਚ ਮੰਨੇ ਆ ਵੀ ਸਾਨੂੰ ਇੰਨੇ ਕਰੋੜ ਮਿਲਿਆ, ਅਸੀਂ ਬੇਅਦਬੀ ਕਰਨ ਦਾ ਲਿਆ ਜਿਹੜਾ, ਤੇ ਉਹਦੇ ਤੇ ਕਾਨੂੰਨ ਬਣਨਾ ਚਾਹੀਦਾ। ਮੈਂ ਸਮਝਦਾ ਵੀ ਉਹਨੂੰ ਸਜ਼ਾ ਇਹ ਮੌਤ ਤੱਕ ਹੋਣੀ ਚਾਹੀਦੀ ਆ, ਕਿਉਂਕਿ ਜੇ ਬੇਅਦਬੀ ਵਾਲਾ ਸੋਚੂਗਾ ਵੀ ਜੇ ਉਹਨੇ ਬੇਅਦਬੀ ਕਰਤੀ ਜੇਲ੍ਹ 'ਚ ਜਾਊ ਤਾਂ ਵੀ ਮੌਤ ਹੈ, ਤੇ ਜੇ ਬਾਹਰ ਕਿਸ ਦੇ ਹੱਥ ਲੱਗ ਗਿਆ ਸਿੰਘ ਦੇ ਤਾਂ ਵੀ ਮੌਤ ਆ। ਸੋ ਇਦਾਂ ਦੇ ਕਾਨੂੰਨ ਬਣਨੇ ਜ਼ਰੂਰੀ ਆ, ਜਿਹਦੇ ਨਾਲ ਸਰਕਾਰਾਂ ਜਿਹੜੀਆਂ ਇਹ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਗੱਲ ਜ਼ਰੂਰ ਕਰਦੀਆਂ, ਪਰ ਇਹ ਸੋਚਦੀਆਂ ਨਹੀਂ। ਅੱਜ 2000 ਤੁਸੀਂ ਸ਼ਾਇਦ ਯਾਦ ਹੀ ਆ, ਜਦੋਂ ਆਪਾਂ ਚੰਡੀਗੜ੍ਹ ਮਿਲੇ ਸੀਗੇ ਪ੍ਰੈਸ ਕਾਨਫਰੰਸ ਦੇ ਵਿੱਚ, ਤੁਹਾਨੂੰ ਇਹ ਗੱਲ ਕਹੀ ਸੀ ਵੀ ਬੇਅਦਬੀ ਦਾ ਮੁੱਦਾ ਨਹੀਂ ਬਣ ਦਿਆਂਗੇ। ਸੋ ਵਾਹਿਗੁਰੂ ਦੀ ਕਿਰਪਾ ਰਹੀ ਹੈ, ਅੱਜ ਅਸੀਂ ਇੱਥੇ ਇਸੇ ਗੱਲ ਕਰਕੇ ਬੈਠੇ ਹਾਂ ਕਿ ਲੋਕਾਂ ਦੇ ਵਿੱਚ ਗੱਲ ਜਾਵੇ ਵੀ ਜੇ ਬੇਅਦਬੀ ਦੇ ਨਾਂ ਤੇ ਵੋਟ ਮੰਗਣ ਆਉਣਗੇ ਤਾਂ ਲੋਕ ਸਵਾਲ ਕਰਨਗੇ ਵੀ ਉਹ ਬੈਠੇ ਆ ਉੱਥੇ, ਵੀ ਤੁਸੀਂ ਉਹਨਾਂ ਦਾ ਹੱਲ ਕੀਤਾ? ਉਹ ਬੈਠਿਆਂ ਨੂੰ ਇੰਨਾ ਟਾਈਮ ਹੋ ਗਿਆ, ਤੁਸੀਂ ਅੱਜ ਗੱਲਾਂ ਕਰਦੇ ਹੋ ਵੀ 6 ਸਾਲ ਹੋ ਗਿਆ, ਤੇ ਉਹ ਲੋਕਾਂ ਦੇ ਲਈ ਉਹ ਸਵਾਲ ਅਸੀਂ ਰੱਖਤਾ ਕਿ ਬੇਅਦਬੀ ਦਾ ਮੁੱਦਾ ਨਹੀਂ ਬਣੂਗਾ 2022 ਦਾ। ਸੋ ਜੀ ਤੇ ਅਸੀਂ ਅੱਜ ਵੀ ਵਾਹਿਗੁਰੂ ਦੀ ਕਿਰਪਾ ਨਾਲ ਅਡੋਲ ਖੜੇ ਹਾਂ, ਨਾ ਡੋਲਾਂਗੇ ਜਿੰਨਾ ਟਾਈਮ ਸਾਨੂੰ ਇਨਸਾਫ ਨਹੀਂ ਮਿਲਦਾ। ਠੀਕ ਹੈ, ਬਾਬਾ ਜੀ ਹੈਗੇ ਨੇ। ਬਾਬਾ ਜੀ ਕੀ ਨਾਮ ਹੈ ਜੀ ਤੁਹਾਡਾ? ਬਲਰਾਜ ਸਿੰਘ ਥੋੜਾ ਵਾਲਾ। ਬਾਬਾ ਜੀ ਬਹੁਤ ਵੱਡੀ ਜ਼ਰੂਰਤ ਸੀ, ਕਿਉਂਕਿ 6 ਸਾਲ ਹੋ ਗਏ, 6 ਸਾਲਾਂ ਦੇ ਵਿੱਚ ਜਾਣੀ ਜਦੋਂ ਵੀ ਕੋਈ ਗੱਲ ਹੋਈ ਹੈ ਜਾਂ ਸਿੱਟ ਬਣੀ, ਸਿੱਟ ਵੀ ਮੋਰਚਾ ਲੱਗਣ ਤੋਂ ਬਾਅਦ ਬਣੀ। ਸਰਕਾਰਾਂ ਨੇ ਕੋਈ ਐਸਾ ਕੀਤਾ ਨਹੀਂ ਸੀ ਕਿ ਉਹਨਾਂ ਨੇ ਪਹਿਲਾਂ ਇਸ ਨੂੰ ਵਿਚਾਰਿਆ ਹੋਵੇ ਜਾਂ ਐਦਾਂ ਦਾ ਕੁਝ ਕਰਨ ਦੀ। ਹੁਣ ਉਮੀਦ ਕੀ ਰੱਖਦੇ ਹੋ? ਸੁਖਰਾਜ ਹੋਰੀ ਤਾਂ ਕਹਿੰਦੇ ਕਿ ਇਸ ਸਰਕਾਰ ਦੇ ਵਿੱਚ ਵੀ ਮੁਸ਼ਕਲ ਹੈ ਇਨਸਾਫ ਮਿਲਣਾ, ਹੋ ਸਕਦਾ ਗਾਂਹ ਵਾਲੀਆਂ ਸਰਕਾਰਾਂ ਵੀ ਆਉਣ ਉਹ ਵੀ ਕਦੇ ਇਸ ਤੇ ਗੱਲ ਨਾ ਕਰਨ। ਫਿਰ ਇਨਸਾਫ ਦੀ ਮੰਗ ਕਿਤੋਂ ਕੀਤੀ ਜਾਵੇ? ਕਿਵੇਂ ਕੀ ਇਸੇ ਤਰ੍ਹਾਂ ਦੇ ਨਾਲ ਮੋਰਚੇ ਹੀ ਲੱਗਣਗੇ ਜੇ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਹੁੰਦੀ ਹੈ, ਜਾਂ ਫਿਰ ਕੋਈ ਉਮੀਦ ਰੱਖੀ ਜਾਣੀ ਚਾਹੀਦੀ ਹੈ ਸਾਡੀਆਂ ਸਰਕਾਰਾਂ ਤੋਂ, ਸਾਡੀ ਜੁਡੀਸ਼ਰੀ ਤੋਂ? ਇਸ ਤਰ੍ਹਾਂ ਵੀ ਜਿਹੜਾ ਤੁਸੀਂ ਕਿਹਾ ਵੀ ਇਹ ਕਿਵੇਂ ਸਰਕਾਰਾਂ ਲਾਰੇ ਲਾ ਰਹੀਆਂ, 6 ਸਾਲ ਲੰਘ ਗਏ ਆ। ਪਹਿਲੀ ਸਰਕਾਰ ਜਿਹਦੇ ਵਿੱਚ ਇਹ ਹੋਇਆ ਕਾਂਡ, ਉਹਨੇ ਵੀ ਕੁਝ ਨਹੀਂ ਕੀਤਾ, ਉਹਨੇ ਆਪਣੀਆਂ ਸਿੱਟਾਂ ਬਣਾਈਆਂ ਤੇ ਕਮਿਸ਼ਨ ਬਣਾਏ, ਕੁਝ ਨਹੀਂ ਨਿਕਲਿਆ ਇਹਨਾਂ 'ਚੋਂ। 6 ਸਾਲ ਇਹਨਾਂ ਨੂੰ ਹੋ ਗਏ ਆ। ਆਖਰਕਾਰ ਹੁਣ ਸਿੱਖ ਸਭ ਕੁਝ ਡੀਕ ਕੇ 6 ਸਾਲ ਇਹ ਅਦਾਲਤਾਂ 'ਚ ਤੁਰਿਆ ਵੀ ਅੱਜ ਵੀ ਇਨਸਾਫ ਮਿਲਦਾ, ਅੱਜ ਵੀ ਇਨਸਾਫ ਮਿਲਦਾ, ਹਾਰ ਕੇ ਮਤਲਬ ਹੁਣ ਲੋਕਾਂ ਨੂੰ ਅਸਲ 'ਚ ਸਾਰੀ ਗੱਲ ਦਾ ਹੁਣ ਪਤਾ ਲੱਗ ਚੁੱਕਾ ਵੀ ਇਹ ਸਾਨੂੰ ਲਾਰੇ ਲਾਈ ਜਾਂਦੇ ਨੇ ਗੁਰੂ ਦੇ ਨਾਂ 'ਤੇ, ਮਤਲਬ ਸਿਆਸਤ ਕਰ ਰਹੇ ਨੇ। ਇਨਸਾਫ ਕਿਉਂ ਨਹੀਂ? ਕਾਰਨ ਦਾ ਕੀ ਆ ਵੀ ਇਹ ਗੁਰੂ ਦੀ ਬੇਅਦਬੀ ਨੂੰ ਅਸੀਂ ਸਿਆਸਤ 'ਚ ਪਾ ਲਿਆ। ਵੱਡੀ ਗੱਲ ਆ, ਅਸੀਂ ਹੁਣ ਜੋ ਇੱਥੇ ਬੈਠੇ ਆ ਸਾਡਾ ਕੋਈ ਇਹ 'ਤੇ ਸਿਆਸਤ ਵਾਲਾ ਮਸਲਾ ਨਹੀਂ ਗਾ। ਅਸੀਂ ਤਾਂ ਇਸ ਕਰਕੇ ਬੈਠੇ ਆ ਵੀ ਇਹਦਾ ਇਨਸਾਫ ਤੁਸੀਂ ਕਿਹਾ ਸੀ ਇਹਨਾਂ ਨੂੰ, ਲੋਕਾਂ ਦੇ ਵਿੱਚ ਇਹ ਗੱਲ ਲਿਜਾਣ ਵਾਸਤੇ ਕਿ ਤੁਸੀਂ ਕਿਹਾ ਸੀ ਤੇ ਤੁਸੀਂ ਆਪਦੇ ਵਾਅਦੇ ਪੂਰੇ ਨਹੀਂ ਕੀਤੇ ਗਏ, ਪਹਿਲਿਆਂ ਨੇ ਵੀ ਨਹੀਂ ਕੀਤੇ, ਹੁਣ ਵੀ ਨਹੀਂ ਕੀਤੇ। ਇਸ ਕਰਕੇ ਅਸੀਂ ਹੁਣ ਗੁਰੂ ਅੱਗੇ ਅਰਦਾਸ ਕਰਨ ਦਾ ਸਮਾਗਮ ਰੱਖਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਸਮਰੱਥ ਆ, ਹਾਂਜੀ ਸਭ ਕੁਝ ਕਰ ਸਕਦੇ ਆ ਉਹ। ਉਹਨਾਂ ਅੱਗੇ ਅਰਦਾਸ ਕਰਕੇ ਅਸੀਂ ਇਹ ਮੋਰਚਾ ਮਤਲਬ ਸ਼ੁਰੂ ਕੀਤਾ। ਇਹ ਗੁਰੂ ਦੀ ਗੱਲ ਆ ਤੇ ਸਾਨੂੰ ਉਮੀਦ ਵੀ ਹੈ ਇਸ ਦੀ ਵੀ ਜਿਹੜੇ ਸਿੱਖ ਜਿੱਥੇ ਜਿੱਥੇ ਵੀ ਬੈਠੇ ਆ, ਕੋਈ ਗੁਰੂ ਗ੍ਰੰਥ ਸਾਹਿਬ ਸਾਰੀ ਮਨੁੱਖਤਾ ਦਾ ਸਾਂਝਾ, ਤੇ ਜੇ ਅਸੀਂ ਆਪਣੀਆਂ ਪੈਲੀਆਂ ਖਾਤਰ ਸਾਰੇ ਇਕੱਠੇ ਹੋ ਸਕਦੇ ਹਾਂ ਤੇ ਗੁਰੂ ਬਦਲੇ ਕਿਉਂ ਨਾ ਇਕੱਠੇ ਹੋਣਗੇ। ਤੁਸੀਂ ਕਿਹੜਾ ਨਾ, ਤੁਸੀਂ ਨਹੀਂ ਚਾਹੁੰਦੇਗੇ, ਮੀਡੀਆ ਵਾਲੇ ਕਿਹੜੇ ਨਹੀਂ ਚਾਹੁੰਦੇਗੇ ਵੀ ਗੁਰੂ ਨੇ ਯਾਰ ਵੇਖੋ ਸਾਰੇ ਅਸੀਂ ਹੱਥ ਜੋੜ ਕੇ ਨਿੱਤ ਨਤਮਸਤਕ ਹੋ ਕੇ ਇਹਨਾਂ ਤੋਂ ਦਾਤਾਂ ਮੰਗਦੇ ਆ, ਪੁੱਤ ਦੁੱਧ ਮੰਗਦੇ ਆ, ਤੇ ਇਹਦੀਆਂ ਬੇਅਦਬੀਆਂ ਹੋ ਰਹੀਆਂ ਨੇ, ਰੁਕ ਨਹੀਂ ਰਹੀਆਂ ਗੀਆਂ, ਤੇ ਸਿਆਸੀ ਲੋਕ ਇਸ 'ਤੇ ਸਿਆਸਤ ਕਰ ਰਹੇ ਆ। ਅਸੀਂ ਕੱਲ੍ਹ ਇੱਥੇ ਸਿੱਧੂ ਨੂੰ ਵੀ ਇਹੀ ਗੱਲ ਕਹੀ ਸੀਗੀ, ਉਹ ਆਖਦੇ ਜੀ ਮੈਂ ਬਹੁਤ ਜ਼ੋਰ ਲਾ ਰਿਹਾ
ਮੈਂ ਕਿਹਾ ਤੁਸੀਂ ਕਹਿ ਰਹੇ ਹੋ, ਸਾਨੂੰ ਪਤਾ ਕਹਿ ਰਹੇ ਹੋ, ਪਰ ਤੁਸੀਂ ਜਿਹੜੀ ਗੱਲ ਕੋਈ ਪੂਰੀ ਕੀਤੀ ਹੈ ਤਾਂ ਉਹ ਸਾਨੂੰ ਦੱਸ ਦਿਓ। ਫਿਰ ਕਹਿੰਦੇ ਆ ਹਜੇ 20 ਕੁ ਦਿਨ ਪਏ ਆ। ਚਲੋ ਅਸੀਂ ਆਖਿਆ ਜਿੱਥੇ 6 ਸਾਲ ਲੰਘੇ 20 ਦਿਨ ਉਹ ਵੀ ਆ ਜਾਣ, ਉਹ ਆ ਜਾਣਗੇ। ਚਲੋ ਠੀਕ ਆ, ਅਸੀਂ ਤੇ ਆਨੇ ਚਲੋ ਠੀਕ ਕਰੋ। ਹਾਂ ਭਰੋਸਾ ਦੇ ਕੇ ਗਏ ਆ, ਇਹ ਵੀ ਗੱਲ ਕੀ ਵੀ 20 ਕੁ ਦਿਨ ਪਏ ਹਜੇ। ਹਾਂ ਇਹ ਗੱਲ ਹੁੰਦਾ ਤੇ ਉਹ ਇਹ ਆ ਵੀ 20 ਦਿਨ ਵੀ ਜਿੱਥੇ 6 ਸਾਲ ਲੰਘੇ ਬਾਈ ਆਪਾਂ ਨੂੰ ਹਨਾ, ਉਹ ਤੁਰੇ ਫਿਰਦੇ ਨੂੰ ਲੰਘੇ। ਅੱਜ ਤਾਂ ਬੈਠੇ ਆ ਤੇ ਸੰਗਤ ਦਾ ਪਿਆਰ ਆ, ਜਿੱਥੇ 6 ਦਿਨ ਲੰਘਿਆ ਦਾ ਨਹੀਂ ਪਤਾ ਲੱਗਿਆ ਉੱਥੇ 20 ਦਿਨ ਹੋਰ ਉਹ ਹੀ ਲੰਘ ਜਾਣਗੇ। ਪਰ ਸਾਨੂੰ ਤਾਂ ਹੱਲ ਚਾਹੀਦਾ। ਅਸੀਂ ਤਾਂ ਇਹ ਵੀ ਕਹਿੰਦੇ ਆ ਜੇ ਇਹਦੇ ਤੋਂ ਨਹੀਂ ਵੀ ਹੁੰਦਾ, ਜੇ ਅਗਲੀ ਵੀ ਹੁੰਦੀ ਅਸੀਂ ਤਾਂ ਵੀ ਬੈਠੇ ਆ। ਸਾਨੂੰ ਕੋਡ ਆਫ ਕੰਡਕਟ ਦਾ ਵੀ ਕੁਝ ਨਹੀਂ ਆ, ਸਾਨੂੰ ਰਾਜਨੀਤੀ ਨਾਲ ਤਾਂ ਹੈ ਹੀ ਨਹੀਂ ਹੈ ਨਾ। ਅਸੀਂ ਤਾਂ ਇਨਸਾਫ ਲੈਣ ਲਈ ਬੈਠੇ ਆ ਤੇ ਉਹ ਗੱਲ ਕਰਕੇ ਉੱਠਣਾ। ਜੀ ਬਿਲਕੁਲ। ਤਾਂ ਬਾਈਬਲ ਕਲਾਂ ਇਨਸਾਫ ਮੋਰਚਾ ਇੱਕ ਵਾਰ ਫੇਰ ਤੋਂ ਜਿਹੜਾ ਸ਼ੁਰੂ ਹੋਇਆ, ਔਰ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਪਹਿਲੇ ਮੋਰਚੇ ਦੇ ਵਿੱਚੋਂ, ਬਰਗਾੜੀ ਇਨਸਾਫ ਮੋਰਚੇ ਦੇ ਵਿੱਚੋਂ ਇੱਕ ਸਿੱਟ ਬਣੀ, ਸਿੱਟ ਨੇ ਲੰਬਾ ਸਮਾਂ ਕੰਮ ਕੀਤਾ, ਭਾਵੇਂ ਉਹ ਹਾਈ ਕੋਰਟ ਦੇ ਵਿੱਚ ਜਾ ਕੇ ਰੱਦ ਹੋ ਗਈ, ਪਰ ਸੰਗਤਾਂ ਨੂੰ ਇੱਕ ਵਾਰ ਭਰੋਸਾ ਜ਼ਰੂਰ ਬਣ ਗਿਆ ਸੀ ਕਿ ਜਿਸ ਤਰੀਕੇ ਕਾਰਵਾਈ ਚੱਲ ਰਹੀ ਹੈ ਜਾਂ ਜਿਸ ਪਾਸੇ ਨੂੰ ਚੱਲ ਰਹੀ ਹੈ, ਉਹ ਜ਼ਰੂਰ ਕਿਤੇ ਨਾ ਕਿਤੇ ਸੰਗਤਾਂ ਨੂੰ ਇਨਸਾਫ ਦਿਵਾਉਣ ਵਾਲੇ ਪਾਸੇ ਆ। ਔਰ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਜੇਕਰ ਜਿਸ ਤਰ੍ਹਾਂ ਦੇ ਨਾਲ ਭਾਈ ਸਾਹਿਬ ਹੋਰੀ ਵੀ ਦੱਸ ਰਿਹਾ ਕਿ ਨਵਜੋਤ ਸਿੰਘ ਸਿੱਧੂ ਕਹਿ ਕੇ ਗਏ ਆ ਕਿ 20 ਦਿਨ ਸਾਡੇ ਕੋਲੇ ਬਾਕੀ ਨੇ, ਤਾਂ 20 ਦਿਨਾਂ ਦਾ ਇੰਤਜ਼ਾਰ ਕੁਝ ਐਸਾ ਹੋਵੇ ਕਿ 20 ਦਿਨਾਂ ਦੇ ਵਿੱਚ ਸਰਕਾਰ ਇਸ ਦਾ ਹੱਲ ਵਾਲੇ ਪਾਸੇ ਵਧੇ, ਨਾ ਕਿ ਦੁਬਾਰਾ ਫੇਰ ਤੋਂ ਇਹ ਇੱਕ ਚੋਣ ਮੁੱਦਾ ਬਣ ਕੇ ਰਹਿ ਜਾਵੇ। ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮੈਂ ਰਵੀ ਸੰਗਰਾਹੁਰ ਦਾ ਅਨਮਿਊਟ, ਬਾਈਬਲ ਕਲਾਂ, ਫਰੀਦਕੋਟ।